ਦੀਆਂ ਪ੍ਰਾਈਮ ਟਾਈਮ ਸ਼ੋਅ ਦਾ ਦੂਜਾ ਭਾਗ ਲੈ ਕੇ ਅਸੀਂ ਤੁਹਾਡੀ ਸੇਵਾ 'ਚ ਹਾਜ਼ਰ ਹੋ ਗਏ ਜੀ। ਟੋਰਾਂਟੋ ਸਟੂਡੀਓ ਤੋਂ ਮੈਂ ਹਰ ਰੋਜ਼ ਦੀ ਤਰ੍ਹਾਂ ਹਰਜੀਤ ਸਿੰਘ ਗਿੱਲ ਤੇ ਮੇਰੇ ਨਾਲ ਚੰਡੀਗੜ੍ਹ ਸਟੂਡੀਓ ਤੋਂ ਜੁੜ ਗਏ ਨੇ ਸੁਸ਼ੀਲ ਦਸਾਂਝਰੀ। ਅਸੀਂ ਕੁਝ ਇੱਕ ਖਬਰਾਂ ਭਾਰਤ ਦੀਆਂ ਪੰਜਾਬ ਦੀਆਂ ਤੁਹਾਡੇ ਨਾਲ ਕਰਾਂਗੇ ਸਾਂਝੀਆਂ, ਕੁਝ ਇੱਕ ਖਬਰਾਂ ਤੇ ਲਾਂਗੇ ਵਿਸ਼ਲੇਸ਼ਣ। ਅੱਜ ਦੀਆਂ ਵੱਡੀਆਂ ਖਬਰਾਂ ਦੇ ਉੱਤੇ ਚੱਲਦੇ ਹਾਂ ਜੀ। ਸਭ ਤੋਂ ਪਹਿਲਾਂ ਦਸਾਂਝ ਸਾਹਿਬ ਤੁਹਾਡਾ ਸਵਾਗਤ ਕਰਦੇ ਹਾਂ ਜੀ। ਆਇਆਂ ਬਹੁਤ ਸ਼ੁਕਰੀਆ ਹਰਜੀਤ ਗਿੱਲ ਜੀ ਤੇ ਟੀਵੀ ਪੰਜਾਬੀ ਦੁਨੀਆ ਦੇ ਸਾਰੇ ਦਰਸ਼ਕਾਂ ਦਾ ਵੀ ਸਵਾਗਤ ਹੈ ਜੀ ਚੰਡੀਗੜ੍ਹ ਸਟੂਡੀਓ ਤੋਂ ਜੀ। ਹਰਜੀਤ ਗਿੱਲ ਜੀ। ਦਸਾਂਝ ਸਾਹਿਬ, ਅੱਜ ਦੀ ਭਾਰਤ ਦੀ ਜਾਂ ਪੰਜਾਬ ਦੀ ਸਭ ਤੋਂ ਵੱਡੀ ਖਬਰ ਤਾਂ ਮੈਨੂੰ ਲੱਗਦਾ ਹੈ ਕਿਸਾਨ ਅੰਦੋਲਨ ਨੂੰ ਲੈ ਕੇ ਜਿਹੜੀ ਪੰਜਾਬ ਦੇ ਵਿੱਚ ਮੀਟਿੰਗ ਹੋਈ ਆ ਪੋਲੀਟੀਕਲ ਪਾਰਟੀਆਂ ਦੀ ਕਿਸਾਨ ਆਗੂਆਂ ਦੇ ਨਾਲ, ਉਹਦੇ ਬਾਰੇ ਮੈਂ ਤੁਹਾਡੇ ਕੋਲ ਜਾਣਨਾ ਚਾਹੁੰਦਾ। ਉੱਥੇ ਕੀ ਹੋਇਆ, ਕਿਸ ਤਰ੍ਹਾਂ ਦੇ ਸਵਾਲ ਜਵਾਬ ਹੋਏ ਔਰ ਪੋਲੀਟੀਕਲ ਪਾਰਟੀਆਂ ਕਿਹੜੀਆਂ ਗੱਲਾਂ ਤੇ ਸਹਿਮਤ ਹੋਈਆਂ, ਕੌਣ ਲੋਕ ਸ਼ਾਮਲ ਹੋਏ ਤੇ ਇਹਦੇ ਕੀ ਅਸਰਾਤ ਤੁਹਾਨੂੰ ਨਜ਼ਰ ਆ ਰਿਹਾ, ਉਹ ਕਿਸ ਤਰ੍ਹਾਂ ਦਾ ਹੰਗਾਰਾ ਜਿਹੜਾ ਆ ਦੋਵਾਂ ਧਿਰਾਂ ਵੱਲੋਂ ਤੁਹਾਨੂੰ ਜਿਹੜਾ ਮਿਲਦਾ ਨਜ਼ਰ ਆ ਰਿਹਾ? ਦੇਖੋ, ਇਹਦੇ ਚ ਨਾ ਜੀ ਗਿੱਲ ਸਾਹਿਬ ਦੋ ਤਿੰਨ ਗੱਲਾਂ ਕਰਨ ਵਾਲੀਆਂ। ਇਸ ਤੋਂ ਪਹਿਲਾਂ ਕਿ ਹਾਂ ਬਈ ਕਿਹੜੀ ਪਾਰਟੀ ਦਾ ਕਿਸ ਕਿਸਮ ਦਾ ਰਵੱਈਆ ਰਿਹਾ ਜਾਂ ਭਵਿੱਖ ਦੇ ਵਿੱਚ ਕੀ ਪੋਸੀਬਿਲਿਟੀਜ਼ ਹੈਗੀਆਂ, ਤੇ ਇਹ ਗੱਲ ਕਰਨ ਵਾਲੀ ਜ਼ਰੂਰੀ ਹੈ ਕਿ ਗਿੱਲ ਸਾਹਿਬ, ਮੈਂ ਸਮਝਦਾ ਵੀ ਮੈਂ ਆਪਣੀ ਜ਼ਿੰਦਗੀ 'ਚ ਪਹਿਲੀ ਵਾਰ ਦੇਖਿਆ ਕਿ ਕੋਈ ਅੰਦੋਲਨ ਕਿਸੇ ਕੀ ਸਾਰੀਆਂ ਸਿਆਸੀ ਧਿਰਾਂ ਨੂੰ ਮਤਲਬ ਇੰਨਾ ਮਜਬੂਰ ਕਰਦੇ ਵੀ ਉਹ ਜਿਹੜੇ ਕਿਸੇ ਦੀ ਵੀ ਨਹੀਂ ਸੁਣਦੇ ਉਹ ਸੁਣਨ ਵਾਸਤੇ ਆਉਣ ਜੀ, ਆਉਣ ਸਗੋਂ ਇੱਕ ਕਿਸਮ ਦਾ ਨਿਰਦੇਸ਼ ਲੈਣ ਵਾਸਤੇ ਆਉਣ। ਮਤਲਬ ਮੈਨੂੰ ਨਹੀਂ ਪਤਾ ਬਾਕੀ ਮੀਡੀਆ ਨੇ ਕੀ ਕਿਹਾ ਕੀ ਨਹੀਂ ਕਿਹਾ, ਪਰ ਮੈਂ ਮੇਰੇ ਮਨ 'ਚ ਆ ਰਿਹਾ ਸੀ ਵੀ ਇਹ ਤਾਂ ਐਂ ਲੱਗਦਾ ਵੀ ਜਿੱਦਾਂ ਕਿਸਾਨਾਂ ਨੇ ਕਚਹਿਰੀ ਲਾ ਲਈ ਹੋਵੇ ਤੇ ਸਿਆਸੀ ਪਾਰਟੀਆਂ ਦੇ ਆਗੂਆਂ ਦੀ ਜਿਹੜੀ ਆ ਉਹ ਪੇਸ਼ੀ ਹੋ ਰਹੀ ਹੋਵੇ। ਇਹ ਪਹਿਲੀ ਵਾਰੀ ਹੋਇਆ। ਇਹ ਹਿਸਟਰੀ ਇੱਕ ਕਿਸਮ ਦੀ ਬਣੀ ਹੈ ਵੀ ਕਿਸਾਨ ਅੰਦੋਲਨ ਦਾ ਇੰਨਾ ਅਸਰ ਹੈ, ਇੰਨਾ ਪ੍ਰਭਾਵ ਹੈ, ਇੰਨਾ ਜ਼ੋਰ ਹੈ ਵੀ ਸਿਆਸੀ ਪਾਰਟੀਆਂ ਆਪਣੇ ਆਪ ਨੂੰ ਬੇਵਸ ਮਹਿਸੂਸ ਕਰ ਰਹੀਆਂ। ਤੇ ਉਹ ਮਤਲਬ ਤੁਸੀਂ ਦੇਖਿਆ ਹੀ ਹੈ ਕਿ ਸਾਰੇ ਕੁਝ ਦੇ ਬਾਵਜੂਦ ਸੁਖਬੀਰ ਸਿੰਘ ਬਾਦਲ ਨੇ ਆਪਣੀ ਯਾਤਰਾ ਜਿਹੜੀ ਆ ਪੋਸਟਪੋਨ ਕੀਤੀ ਸੀ। ਹੁਣ ਉਹ ਸ਼ੁਰੂ ਕਰਦੇ ਨਹੀਂ ਕਰਦੇ ਤੇ ਅੱਗੇ ਜਾ ਕੇ ਗੱਲ ਕਰਦੇ ਆ। ਤੇ ਬਾਕੀ ਜਿਹੜੀਆਂ ਪੋਲੀਟੀਕਲ ਪਾਰਟੀਆਂ ਵੀ ਹੈਗੀਆਂ ਉਹਨਾਂ ਨੇ ਸਿਰਫ ਇੱਕ ਪ੍ਰੈਸ ਕਾਨਫਰੰਸ ਕੀਤੀ ਸੀ ਸੰਯੁਕਤ ਕਿਸਾਨ ਮੋਰਚੇ ਨੇ, ਜਿਹਦੇ 'ਚ ਕਿਹਾ ਸੀ ਕਿ 10 ਤਰੀਕ ਨੂੰ ਅਸੀਂ ਚਾਹੁੰਦੇ ਹਾਂ ਕਿ ਵੱਖ-ਵੱਖ ਪੋਲੀਟੀਕਲ ਪਾਰਟੀਆਂ ਦੇ ਆਗੂ ਆਉਣ ਤੇ ਬੈਠ ਕੇ ਆਪਾਂ ਗੱਲ ਕਰੀਏ ਵੀ ਹਾਂ ਹਾਲੇ ਦੂਰ ਹੈ ਚੋਣਾਂ, ਤੇ ਚੋਣਾਂ ਦੂਰ ਹੋਣ ਦੇ ਬਾਵਜੂਦ ਕੀ ਲੋੜ ਪੈ ਗਈ ਵੀ ਜਨਤਕ ਤੌਰ ਦੇ ਉੱਤੇ ਤੁਸੀਂ ਪਿੰਡਾਂ 'ਚ ਸ਼ਹਿਰਾਂ 'ਚ ਜਾਓ, ਚੋਣ ਰੈਲੀਆਂ ਕਰੋ। ਜਦੋਂ ਤੱਕ ਚੋਣ ਦਾ ਐਲਾਨ ਨਹੀਂ ਹੁੰਦਾ ਉਦੋਂ ਤੱਕ ਕੀ ਐਡਾਂ ਦੀ ਵਿਪਤਾ ਆ ਵੀ ਤੁਸੀਂ ਜਾ ਰਹੇ ਹੋ, ਤੇ ਇਸ ਕਰਕੇ ਉਹਨੂੰ ਆਪਾਂ ਬੰਦ ਕਰੀਏ ਤੇ ਆਓ ਆਪਾਂ ਗੱਲ ਕਰੀਏ। ਤੇ ਇੱਕ ਪ੍ਰੈਸ ਕਾਨਫਰੰਸ ਦੇ ਵਿੱਚ ਇਹ ਸੱਦਾ ਦਿੱਤਾ ਸੀ, ਕਿਸੇ ਨੂੰ ਫੋਨ ਨਹੀਂ ਕੀਤਾ, ਕਿਸੇ ਨੂੰ ਚਿੱਠੀ ਨਹੀਂ ਜਾਰੀ ਕੀਤੀ, ਤੇ ਪੰਜਾਬ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਦੇ ਪ੍ਰਮੁੱਖ ਆਗੂ ਜਿਹੜੇ ਆ ਭੱਜੇ ਆਏ ਆ। ਆਮ ਤੌਰ ਤੇ ਹੁੰਦਾ ਕਿ ਜੇ ਕੋਈ ਵੱਖ-ਵੱਖ ਪੋਲੀਟੀਕਲ ਪਾਰਟੀਆਂ ਨਾਲ ਕਿਸੇ ਜਥੇਬੰਦੀ ਦੀ ਮੀਟਿੰਗ ਵੀ ਹੁੰਦੀ ਹੈ ਤਾਂ ਉਹ ਕੋਸ਼ਿਸ਼ ਕਰਦੀਆਂ ਹੁੰਦੀਆਂ ਪਾਰਟੀਆਂ ਕਿ ਆਪਣਾ ਜਿਹੜਾ ਛੋਟੇ ਤੋਂ ਛੋਟੇ ਜਿਹੜੇ ਕੋਈ ਨੁਮਾਇੰਦੇ ਆ ਉਹ ਭੇਜ ਦਿਓ। ਪਰ ਮੀਟਿੰਗ ਦੇ ਵਿੱਚ, ਇਸ ਮੀਟਿੰਗ ਦੇ ਵਿੱਚ ਸਾਰੀਆਂ ਸਿਆਸੀ ਪਾਰਟੀਆਂ ਦੀ ਜਿਹੜੀ ਪ੍ਰਮੁੱਖ ਲੀਡਰਸ਼ਿਪ ਉਹ ਸ਼ਾਮਲ ਹੋਈ। ਆਗੂ ਪਾਰਟੀ ਦੇ ਪ੍ਰੈਜ਼ੀਡੈਂਟ ਨਵਜੋਤ ਸਿੰਘ ਸਿੱਧੂ, ਜਨਰਲ ਸੈਕਟਰੀ ਪ੍ਰਗਟ ਸਿੰਘ ਤੇ ਕਾਰਜਕਾਰੀ ਪ੍ਰਧਾਨ ਕੁਲਜੀਤ ਨਾਗਰਾ ਆਏ। ਇਹਦੇ ਸ਼੍ਰੋਮਣੀ ਅਕਾਲੀ ਦਲ ਦੇ ਵੀ ਵੱਡੇ ਲੀਡਰ ਜਿਹੜੇ ਆਏ, ਪ੍ਰੇਮ ਸਿੰਘ ਚੰਦੂਮਾਜਰਾ, ਮਹੇਸ਼ ਚੰਦਰ ਗਰੇਵਾਲ ਤੇ ਦਲਜੀਤ ਸਿੰਘ ਚੀਮਾ। ਏਦਾਂ ਹੀ ਆਮ ਆਦਮੀ ਪਾਰਟੀ ਦੇ ਜਾਂ ਬਹੁਜਨ ਸਮਾਜ ਪਾਰਟੀ ਦੇ। ਸੋ ਜਿਹੜੀ ਵੱਖ-ਵੱਖ ਸਾਡੀ ਸਿਆਸੀ ਧਿਰ ਹੈ ਉਹਦੇ ਪ੍ਰਮੁੱਖ ਆਗੂਆਂ ਦਾ ਇਸ ਮੀਟਿੰਗ 'ਚ ਆਉਣਾ ਤੇ ਮੀਟਿੰਗ 'ਚ ਬੈਠ ਕੇ ਆਪਣੀ ਗੱਲ ਵੀ ਕਰਨੀ ਤੇ ਕਿਸਾਨਾਂ ਦੀ ਗੱਲ ਵੀ ਸੁਣਨੀ ਤੇ ਬਾਅਦ ਵਿੱਚ ਆਪਣੀ ਗੱਲ ਰੱਖਣੀ। ਇਹ ਪੂਰਾ ਜਿਹੜਾ ਪ੍ਰੋਸੈਸ ਸੀ ਜਾਂ ਪ੍ਰਕਿਰਿਆ ਸੀ, ਇਹਦੇ 'ਚ ਕਿਸਾਨ ਜਥੇਬੰਦੀਆਂ ਦੇ ਆਗੂ ਜਿਹੜੇ ਸੀ
ਉਹ ਪ੍ਰਮੁੱਖ ਤੌਰ ਦੇ ਉੱਤੇ ਦਿਖਾਈ ਦੇ ਰਹੇ ਸੀ ਵੀ ਹਾਂ ਇਹ ਲੱਗਦਾ ਕਿ ਜਿੱਦਾਂ ਇਹ ਸਾਰਾ ਕੁਝ ਇੱਕ ਡਾਇਰੈਕਸ਼ਨ ਜਾਂ ਸਕ੍ਰਿਪਟ ਜਿਹੜੀ ਆ ਉਹ ਲਿਖੀ ਜਾ ਰਹੀ ਆ, ਉਹ ਕਿਸਾਨ ਆਗੂਆਂ ਵੱਲੋਂ ਲਿਖੀ ਜਾ ਰਹੀ ਹੈ ਤੇ ਸਿਆਸੀ ਆਗੂ ਜਿਹੜੇ ਆ ਉਹ ਇੱਕ ਜਿੱਦਾਂ ਮੁਲਜ਼ਮ ਪੇਸ਼ ਹੁੰਦੇ ਆ ਇਦਾਂ ਪੇਸ਼ ਹੋ ਰਹੇ ਆ। ਇਹ ਲੱਗ ਰਿਹਾ ਸੀ, ਮੈਨੂੰ ਲੱਗਦਾ ਕਿ ਇਹ ਪੰਜਾਬ ਦੇ ਇਤਿਹਾਸ 'ਚ ਏਦਾਂ ਕਦੀ ਨਹੀਂ ਵਾਪਰਿਆ। ਤੁਸੀਂ ਮੇਰੇ ਤੋਂ ਵੱਡੇ ਹੋ, ਤੁਹਾਨੂੰ ਸ਼ਾਇਦ ਜ਼ਿਆਦਾ ਇਹ ਸਾਰੀ ਜਾਣਕਾਰੀ ਹੋਏਗੀ। ਸੋ ਮੈਂ ਮੰਨਦਾ ਇਹ ਆ ਕਿ ਇਹਦਾ ਮਤਲਬ ਹੈ ਕਿ ਕਿਸਾਨ ਅੰਦੋਲਨ ਨੇ ਆਪਣਾ ਇੱਕ ਬਹੁਤ ਵੱਡਾ ਮੁਕਾਮ ਹਾਸਲ ਕਰ ਲਿਆ ਹੈ ਤੇ ਇਹਦੇ 'ਚ ਕਿਸਾਨ ਜਥੇਬੰਦੀਆਂ ਦੇ ਆਗੂਆਂ ਦੀ ਜਿਹੜੀ ਸੁਚੱਜੀ ਤੇ ਸਿਆਣੀ ਜਿਹੜੀ ਅਗਵਾਈ ਹੈ ਉਹ ਬਹੁਤ ਮਹੱਤਵਪੂਰਨ ਹੈ। ਦੂਜੀ ਗੱਲ ਇਹ ਹੈ ਕਿ ਕਿਸਾਨ ਜਥੇਬੰਦੀਆਂ ਨਾਲ ਜਿਹੜੀਆਂ ਗੱਲਾਂ ਬਾਤਾਂ ਹੋਈਆਂ ਆਗੂਆਂ ਦੀਆਂ, ਉਹਦੇ 'ਚ ਜਿਸ ਢੰਗ ਦੇ ਨਾਲ, ਜਿਹੜੀ ਵਿਧੀ ਦੇ ਨਾਲ ਕਿਸਾਨ ਆਗੂਆਂ ਨੇ ਇਹਨਾਂ ਨੂੰ ਬੁਲਾਇਆ ਤੇ ਉਹਨਾਂ ਨਾਲ ਗੱਲਾਂ ਕੀਤੀਆਂ, ਉਹਦੇ 'ਚ ਵੀ ਵੱਡੀ ਸਿਆਣਪ ਇਹ ਝਲਕੀ ਵੀ ਇਕੱਠਿਆਂ ਨੂੰ ਨਹੀਂ ਬਿਠਾਇਆ। ਜੇ ਇਕੱਠਿਆਂ ਨੂੰ ਬੁਲਾਉਂਦੇ, ਇਕੱਠਿਆਂ ਨਾਲ ਗੱਲ ਕਰਦੇ ਤਾਂ ਕੁੱਕੜ ਖੇ ਹੋਣੀ ਸੀ, ਇੱਕ ਦੂਜੇ ਨਾਲ ਲੜ ਕੇ ਉਹਨਾਂ ਨੇ ਚਲੇ ਜਾਣਾ ਸੀ, ਇਲਜ਼ਾਮਬਾਜ਼ੀਆਂ ਲੱਗਣੀਆਂ ਸੀ ਤੇ ਇਸ ਮੀਟਿੰਗ ਦਾ ਕੋਈ ਸਾਰਥਕ ਸਿੱਟਾ ਨਹੀਂ ਸੀ ਨਿਕਲਣਾ। ਹਰ ਪਾਰਟੀ ਲਈ ਵੱਖਰਾ ਵੱਖਰਾ ਸਮਾਂ ਰੱਖਿਆ ਗਿਆ। ਪਾਰਟੀ ਦੇ ਆਕਾਰ ਦੇ ਮੁਤਾਬਕ ਵੱਡੀਆਂ ਪਾਰਟੀਆਂ ਨੂੰ ਅੱਧਾ ਘੰਟਾ, ਥੋੜੀ ਛੋਟੀ ਪਾਰਟੀ ਨੂੰ 20 ਮਿੰਟ ਤੇ ਕੱਲਿਆਂ ਨੂੰ ਬੁਲਾ ਕੇ ਗੱਲ ਕੀਤੀ ਗਈ। ਜੇ 3 ਲੀਡਰ ਗਏ, ਤਿੰਨਾਂ ਨੇ 4-4, 5-5 ਮਿੰਟ ਆਪਣੀ ਗੱਲ ਕੀਤੀ, 5 ਮਿੰਟ ਕਿਸਾਨ ਲੀਡਰ ਨੇ ਕਿਸੇ ਇੱਕ ਨੇ ਕੀਤੀ, 2 ਨੇ ਕੀਤੀ ਤੇ 20 ਮਿੰਟ, 25 ਮਿੰਟ, 30 ਮਿੰਟ ਤੱਕ ਗੱਲ ਕੀਤੀ ਗਈ, ਸੰਵਾਦ ਰਚਾਇਆ ਗਿਆ ਤੇ ਸਾਰੀਆਂ ਪਾਰਟੀਆਂ ਨੇ ਇਸ ਢੰਗ ਦੇ ਨਾਲ ਕਿਸਾਨਾਂ ਦੇ ਨਾਲ ਜਿਹੜੀ ਗੱਲਬਾਤ ਕੀਤੀ, ਕਿਸਾਨ ਆਗੂਆਂ ਨਾਲ ਗੱਲਬਾਤ ਕੀਤੀ। ਇਹ ਵੀ ਇੱਕ ਵਿਧੀ ਜਿਹੜੀ ਅਪਣਾਈ ਗਈ, ਇਹ ਵੀ ਮੈਨੂੰ ਲੱਗਦਾ ਇੱਕ ਵੱਡੀ ਸਿਆਣਪ ਦਿਖਾਈ ਹੈ ਵੀ ਹਾਂ ਇਕੱਠਿਆਂ ਨੂੰ ਜੇ ਬੁਲਾਉਂਦੇ ਤਾਂ ਸ਼ਾਇਦ ਲੜ ਦੌੜ ਕੇ ਉੱਠ ਕੇ ਆ ਜਾਂਦੇ ਸਾਰੇ ਜੀ। ਇਸ ਤੋਂ ਬਾਅਦ ਅਗਲੀਆਂ ਗੱਲਾਂ ਵੀ ਇਸ ਮੀਟਿੰਗ ਤੋਂ ਨਿਕਲਿਆ ਕੀ। ਬਲਵੀਰ ਸਿੰਘ ਰਾਜੇਵਾਲ ਤੇ ਬਾਕੀ ਕਿਸਾਨ ਜਥੇਬੰਦੀਆਂ ਨੇ ਬਾਅਦ ਚ ਪ੍ਰੈਸ ਕਾਨਫਰੰਸ ਕੀਤੀ। ਉਸ ਪ੍ਰੈਸ ਕਾਨਫਰੰਸ ਦੇ ਵਿੱਚ ਉਹਨਾਂ ਨੇ ਕਿਹਾ ਵੀ ਅਸੀਂ ਆਪਣੀ ਗੱਲ ਕੀਤੀ ਹੈ ਤੇ ਪਾਰਟੀਆਂ ਨੇ ਵੀ ਆਪਣੀ ਗੱਲ ਕੀਤੀ ਹੈ ਤੇ ਲਗਭਗ ਸਾਰੀਆਂ ਪਾਰਟੀਆਂ ਨੇ ਇਸ ਗੱਲ ਤੇ ਸਹਿਮਤੀ ਪ੍ਰਗਟ ਕੀਤੀ ਹੈ ਵੀ ਜਿਵੇਂ ਵੀ ਕਿਸਾਨ ਜਥੇਬੰਦੀਆਂ ਜਿਹੜੀਆਂ ਆ ਉਹ ਕਹਿਣਗੀਆਂ ਤੇ ਅਸੀਂ ਉਹਦੇ ਮੁਤਾਬਕ ਕਰਾਂਗੇ। ਤੇ ਪਰ ਸਾਡੇ ਕੋਲ ਜਿਹੜੀਆਂ ਖਬਰਾਂ ਨੇ, ਜਾਂ ਖੁਦ ਬਲਵੀਰ ਸਿੰਘ ਰਾਜੇਵਾਲ ਨੇ ਵੀ ਕਿਹਾ ਵੀ ਸ਼੍ਰੋਮਣੀ ਅਕਾਲੀ ਦਲ ਨੇ ਇਹ ਗੱਲ ਕਹੀ ਹੈ, ਜਾਂ ਉਹਨਾਂ ਦੇ ਆਗੂ ਨੇ ਇਹ ਗੱਲ ਕਹੀ ਹੈ ਵੀ ਅਸੀਂ ਆਪਣੀ ਹਾਈ ਕਮਾਂਡ ਨਾਲ, ਮਤਲਬ ਬਾਦਲ ਸੁਖਬੀਰ ਹੋਰਾਂ ਨਾਲ ਜਾਂ ਬਾਦਲ ਪਰਿਵਾਰ ਨਾਲ ਗੱਲ ਕਰਨ ਤੋਂ ਬਾਅਦ ਫਾਈਨਲੀ ਦੱਸਾਂਗੇ ਵੀ ਅਸੀਂ ਜਿਹੜੀ ਆਪਣੀ ਯਾਤਰਾ ਜਿਹੜੀ ਸ਼ੁਰੂ ਕੀਤੀ ਹੋਈ ਹੈ, ਜਿਹੜੀ ਕੁਝ ਦਿਨਾਂ ਲਈ ਪੋਸਟਪੋਨ ਸੀ, ਉਹਨੂੰ ਰੈਗੂਲਰ ਕਰਨਾ ਜਾਂ ਉਹਦਾ ਕੁਝ ਇਸ ਤਰੀਕੇ ਨਾਲ ਤਾਲਮੇਲ ਬਣਾਉਣਾ ਵੀ ਹਾਂ ਕਿਸਾਨ ਜਥੇਬੰਦੀਆਂ ਜਿਹੜਾ ਪ੍ਰੋਗਰਾਮ ਦਿੰਦੀਆਂ ਉਹਦੇ ਮੁਤਾਬਕ ਚੱਲਣਾ। ਵੀ ਹਾਲ ਫਿਲਹਾਲ ਉਹਨਾਂ ਨੇ ਇਹ ਕਿਹਾ ਕਿ ਅਸੀਂ ਗੱਲ ਕਰਕੇ ਆਪਣੀ ਹਾਈ ਕਮਾਂਡ ਨਾਲ ਫਾਈਨਲ ਦੱਸਾਂਗੇ। ਬਾਕੀ ਪਾਰਟੀਆਂ ਨੇ ਲਗਭਗ ਇਸ ਤਰ੍ਹਾਂ ਦੀ ਭਾਵਨਾ ਪ੍ਰਗਟ ਕੀਤੀ ਹੈ ਕਿ ਅਸੀਂ ਕਿਸਾਨ ਜਥੇਬੰਦੀਆਂ ਜਿਵੇਂ ਕਹਿਣਗੇ ਉਵੇਂ ਚੱਲਾਂਗੇ। ਪਰ ਕਾਂਗਰਸ ਪਾਰਟੀ ਦਾ ਵੀ ਥੋੜਾ ਜਿਹਾ ਵੱਖਰਾ ਰਿਹਾ, ਵੱਖਰਾ ਮਤਲਬ ਲੀਡਰਸ਼ਿਪ ਵੱਲੋਂ ਨਹੀਂ, ਓਵਰਆਲ ਜਿਹੜੀ ਗੱਲ ਉੱਥੇ ਉੱਭਰੀ ਵੀ ਜੇ ਸਰਕਾਰ ਦੇ ਪ੍ਰੋਗਰਾਮ ਲਗਾਤਾਰ ਉਲੀਕਣੇ ਹੈ, ਮਤਲਬ ਕੈਪਟਨ ਅਮਰਿੰਦਰ ਸਿੰਘ ਸਰਕਾਰੀ ਕੋਈ ਫੰਕਸ਼ਨ ਕਰਦੇ ਹੈ ਤੇ ਜੇ ਉਹ ਜਨਤਕ ਤੌਰ ਤੇ ਫੰਕਸ਼ਨ ਕਰਦੇ ਹੈ ਤੇ ਇੱਕ ਕਿਸਮ ਦੀ ਉਹ ਵੀ ਤਾਂ ਕਾਂਗਰਸ ਪਾਰਟੀ ਦੀ ਪ੍ਰੋਪੇਗੈਂਡੇ ਦੀ ਕੰਪੇਨ ਹੋਈ ਨਾ। ਇਹ ਸਵਾਲ ਉਭਾਰ ਰਿਹਾ ਉੱਥੇ ਬਾਕੀ ਪਾਰਟੀਆਂ ਨੇ ਜਾਂ ਸ਼੍ਰੋਮਣੀ ਅਕਾਲੀ ਦਲ ਤੇ ਉਹਦੇ ਬਾਰੇ ਵੀ ਕਿਸਾਨ ਜਥੇਬੰਦੀ ਨੇ ਇਹ ਕਿਹਾ ਕਿ ਅਸੀਂ ਉਹਨਾਂ ਨੂੰ ਵੀ ਇਹ ਕਹਿੰਦੇ ਆ ਵੀ ਸਰਕਾਰੀ ਪ੍ਰੋਗਰਾਮ ਰੋਕ ਕੇ ਤਾਂ ਜਾ ਨਹੀਂ ਸਕਦੇ, ਤੁਸੀਂ ਕਰੋ, ਪਰ ਇਹ ਜ਼ਰੂਰੀ ਥੋੜ੍ਹਾ ਆਵੇ 2000 ਬੰਦਾ ਇਕੱਠਾ ਕਰਨਾ। ਤੁਸੀਂ ਕੋਈ ਸਰਕਾਰੀ ਫੰਕਸ਼ਨ ਜੇ ਕਰਨਾ ਜ਼ਰੂਰੀ ਹੈ 50-100 ਬੰਦੇ ਇਕੱਠੇ ਕਰਕੇ ਕਰ ਲਓ, ਮਤਲਬ ਕੋਈ ਤਾਮ ਝਾਮ ਜਿਹੜਾ ਕਰਦੇ ਆ ਉਹ ਨਾ ਕੀਤਾ ਜਾਏ। ਸੋ ਪਹਿਲੀ ਜਿਹੜੀ ਇਨੀਸ਼ੀਅਲ ਜਿਹੜੀ ਗੱਲਬਾਤ ਜਿੰਨੀ ਹੈਗੀ ਉਹ ਆਪਾਂ ਮੈਂ ਤੁਹਾਡੇ ਨਾਲ ਸਾਂਝੀ ਕੀਤੀ ਹੈ। ਅੱਗੇ ਜਿਹੜਾ ਵੱਖ-ਵੱਖ ਪਾਰਟੀਆਂ ਦੇ ਸਟੈਂਡ ਬਾਰੇ ਆਪਾਂ ਗੱਲਾਂ ਕਰਨੀਆਂ ਤੇ ਜਿਹੜਾ ਤੁਹਾਡਾ ਅੱਗੇ ਸਵਾਲ ਹੋਊਗਾ ਫਿਰ ਮੈਂ ਅੱਗੇ ਗੱਲ ਕਰਦਾ। ਮੈਂ ਇੱਥੋਂ ਸ਼ੁਰੂ ਕਰਦਾ ਜਿੱਥੋਂ ਤੁਸੀਂ ਖਤਮ ਕੀਤੀ ਆ ਕਿ ਜਿਹੜਾ ਖਦਸ਼ਾ ਦੂਜੀਆਂ ਪਾਰਟੀਆਂ ਨੇ ਜ਼ਾਹਰ ਕੀਤਾ ਆ ਕਿ ਸਰਕਾਰੀ ਸਮਾਗਮਾਂ ਦੇ ਨਾਂ ਥੱਲੇ
ਕਾਂਗਰਸ ਜਿਹੜੀ ਆ ਉਹ ਆਪਣੀ ਗੇਮ ਚਲਾ ਸਕਦੀ ਆ, ਔਰ ਕਿਤੇ ਹੱਦ ਤੱਕ ਉਹਨਾਂ ਦਾ ਇਹ ਖਦਸ਼ਾ ਜਾਇਜ਼ ਵੀ ਲੱਗਦਾ ਹੈ। ਜੇਕਰ ਕਿਸਾਨ ਲੀਡਰਸ਼ਿਪ ਨੇ ਇਹ ਕਿਹਾ ਆ ਕਿ ਸਰਕਾਰੀ ਫੰਕਸ਼ਨ ਰੋਕੇ ਨਹੀਂ ਜਾ ਸਕਦੇ, ਤੇ ਮੈਨੂੰ ਇਹ ਸਮਝ ਨਹੀਂ ਆਉਂਦੀ ਕਿ ਜਿਹੜੇ ਚੈੱਕ ਵੰਡਣੇ ਆ ਜਾਂ ਕੋਈ ਗ੍ਰਾਂਟ ਜਾਰੀ ਕਰਨੀ ਆ ਤੇ ਉਹਦੇ ਲਈ ਪੋਲੀਟੀਕਲ ਬੰਦੇ ਦਾ ਹੋਣਾ ਕਿਉਂ ਜ਼ਰੂਰੀ ਆ, ਕਿਉਂਕਿ ਉਹਨਾਂ ਕੋਲ ਪ੍ਰਬੰਧਕੀ ਢਾਂਚਾ ਆ ਤੇ ਉਹ ਉਸ ਤਰੀਕੇ ਨਾਲ ਵੀ ਇਹ ਸਾਰੀ ਕਾਰਵਾਈਆਂ ਕਰ ਸਕਦੇ ਸੀਗੇ। ਔਰ ਦੂਜੀ ਗੱਲ ਇਹ ਵੀ ਆ ਕਿ ਆਹ ਜਿਹੜਾ ਪੀਰੀਅਡ ਹੁੰਦਾ ਆ ਸਾਲ ਦੇ, ਜਦੋਂ ਇਲੈਕਸ਼ਨ ਈਅਰ ਹੁੰਦਾ ਤੇ ਅਖੀਰਲੇ 6 ਮਹੀਨੇ ਆ, ਇਹ ਪੀਰੀਅਡ ਜਿਹੜਾ ਆ ਇਹ ਬੜਾ ਮਤਲਬ ਕਿ ਖਤਰਨਾਕ ਦੌਰ ਹੁੰਦਾ ਆ, ਜਦੋਂ ਜਿਹੜੀ ਰਾਜ ਸੱਤਾ ਤੇ ਕਾਬਜ ਪਾਰਟੀ ਹੁੰਦੀ ਆ ਉਹ ਲੋਕਾਂ ਨੂੰ ਖੁਸ਼ ਕਰਨ ਲਈ ਗ੍ਰਾਂਟਾਂ ਦੇ ਗੱਫੇ ਵੰਡਦੀ ਆ। ਜਿਹੜੇ 4 ਸਾਲ 4.5 ਸਾਲ ਕੁਝ ਨਹੀਂ ਕੀਤਾ ਹੁੰਦਾ, ਉਹ 6 ਮਹੀਨੇ ਚ ਕਰਕੇ ਦਿਖਾਉਣ ਦੀਆਂ ਮਤਲਬ ਇੱਕ ਕਿਸਮ ਦਾ ਵਿਖਾਵਾ ਕਰਦੀ ਆ। ਔਰ ਇਹ ਸਮਾਂ ਬਿਲਕੁਲ ਐਨ ਉੱਥੇ ਪਹੁੰਚ ਚੁੱਕਾ ਆ। ਔਰ ਇਹ ਵੀ ਇੱਕ ਬਿਲਕੁਲ ਮੈਨੂੰ ਸਹੀ ਲੱਗ ਰਿਹਾ ਆ ਕਿ ਜੇਕਰ ਸਰਕਾਰੀ ਨੀਂਹ ਪੱਥਰ ਰੱਖਣ ਵਾਲੇ ਕੰਮ ਸ਼ੁਰੂ ਹੋ ਗਏ, ਗ੍ਰਾਂਟਾਂ ਪਿੰਡਾਂ ਨੂੰ ਵੰਡਣ ਦੇ ਕੰਮ ਸ਼ੁਰੂ ਹੋ ਗਏ, ਆਪਣੇ ਚਹਤਿਆਂ ਨੂੰ ਖੁਸ਼ ਕਰਨ ਲਈ ਮਤਲਬ ਇੱਕ ਕਿਸਮ ਦੀ ਵੋਟਾਂ ਵਾਲੀ ਰਾਜਨੀਤੀ ਜਿਹੜੀ ਆ ਉਹਦਾ ਹੀ ਇਹ ਦੂਜਾ ਰੂਪ ਹੁੰਦਾ ਆ ਜਿਹੜਾ ਇਹ ਹੁੰਦਾ ਆ। ਇਹ ਜਿਹੜਾ ਖਦਸ਼ਾ ਪੋਲੀਟੀਕਲ ਪਾਰਟੀਆਂ ਦਾ ਆ ਇਹ ਬਿਲਕੁਲ ਜਾਇਜ਼ ਆ। ਔਰ ਇਹਦੇ ਲਈ ਜਿਹੜਾ ਇੰਨਾ ਕਹਿ ਦੇਣਾ ਕਿ ਜੀ ਪੋਲੀਟੀਕਲ ਲੋਕ ਜਾਣ ਉੱਥੇ ਰੋਕ ਨਹੀਂ ਹੋਊਗੀ, ਮੈਨੂੰ ਇਹ ਨਹੀਂ ਸਮਝ ਲੱਗੀ ਕਿ ਕੀ ਕਾਰਨ ਆ ਕਿ ਉਹ ਚੈੱਕ ਵੰਡਣ ਲਈ ਮੰਤਰੀ ਜਾਂ ਉਸ ਹਲਕੇ ਦਾ ਐਮਐਲਏ ਹੀ ਜਾਵੇ। ਉਹ ਜਿਹੜੇ ਸਰਕਾਰੀ ਅਫਸਰ ਨੇ ਉਹ ਗ੍ਰਾਂਟਾਂ ਰਿਲੀਜ਼ ਕਰਨ ਤੇ ਚੁੱਪ ਕਰਕੇ ਕੰਮ ਕਰਦੇ ਰਹਿਣ। ਜੇ ਇਹ ਜਿਹੜੇ ਹਾਲਾਤ ਨੇ ਇਹ ਨਾਰਮਲ ਹਾਲਾਤ ਨਹੀਂ ਹੈ। ਮਤਲਬ ਜੇ ਬਾਕੀਆਂ ਸਾਰਿਆਂ ਲਈ ਅੰਦੋਲਨ ਦੇ ਵਾਸਤੇ ਰੋਕਾਂ ਨੇ ਤੇ ਸਰਕਾਰੀ ਪੱਧਰ ਦੇ ਉੱਤੇ ਵੀ ਇਹ ਰੋਕਾਂ ਜਿਹੜੀਆਂ ਨੇ ਇਹ ਲੱਗਣੀਆਂ ਚਾਹੀਦੀਆਂ ਨੇ। ਕੋਈ ਨਵੇਂ ਨੀਂਹ ਪੱਥਰ ਨਾ ਰੱਖੇ, ਜਿੱਦਾਂ ਦਾ ਜਾਬਤਾ ਹੁੰਦਾ ਨਾ ਜੀ ਇਲੈਕਸ਼ਨ ਕਮਿਸ਼ਨ ਦਾ, ਮੰਨ ਲੈਣਾ ਚਾਹੀਦਾ ਕਿ ਅੰਦੋਲਨ ਦਾ ਇੱਕ ਜਾਬਤਾ ਲੱਗਣਾ ਚਾਹੀਦਾ ਇਲੈਕਸ਼ਨ ਦੇ ਉੱਤੇ ਹੁਣ ਤੋਂ ਹੀ। ਦੇਖੋ ਤੁਸੀਂ ਬਿਲਕੁਲ ਦਰੁਸਤ ਕਹਿ ਰਹੇ ਹੋ। ਕੀ ਲੋੜ ਹੈ ਕਿ ਹਾਂ ਵੀ ਬਾਈ ਦ ਵੇ ਕੋਈ ਪ੍ਰੋਜੈਕਟ ਹੈ ਉਹਦਾ ਨੀਂਹ ਪੱਥਰ ਰੱਖਣਾ ਆ ਜਾਂ ਕੋਈ ਗ੍ਰਾਂਟ ਦੇਣੀ ਹੈ, ਚੈੱਕ ਵੰਡਣੇ ਹੈ, ਜ਼ਰੂਰੀ ਥੋੜਾ ਵੀ ਮੰਤਰੀ ਦਾ ਚਿਹਰਾ ਉੱਥੇ ਦਿਖਾਈ ਦੇਣਾ ਚਾਹੀਦਾ ਜਾਂ ਉੱਥੋਂ ਦੇ ਇਲਾਕੇ ਦੇ ਕਿਸੇ ਕਾਂਗਰਸੀ ਲੀਡਰ ਦਾ ਜਾਂ ਐਮਐਲਏ ਦਾ। ਠੀਕ ਹੈ, ਰੂਟੀਨ ਦੇ ਵਿੱਚ ਆਫੀਸ਼ੀਅਲਸ ਜਿਹੜੇ ਹੈਗੇ ਆ, ਜਿਹੜੇ ਉਸ ਇਲਾਕੇ ਦੇ ਅਫਸਰ ਨੇ ਉਹ ਜਾਣ ਜਾ ਕੇ ਦਿਆ ਹੁਣ ਨਾਮ ਚਾਹਣ ਦੀ ਤਾਂ ਕੋਈ ਜ਼ਰੂਰਤ ਹੀ ਨਹੀਂ ਹੈਗੀ। ਤੇ ਇਹ ਗੱਲ ਵੈਸੇ ਕੀ ਵੀ ਆ ਕਿਸਾਨ ਜਥੇਬੰਦੀਆਂ ਨੇ, ਪਰ ਮਸਲਾ ਇਹ ਹੁੰਦਾ ਗਿੱਲ ਸਾਹਿਬ ਵੀ ਅਸੀਂ ਕਈ ਵਾਰੀ ਏਦਾਂ ਉਮੀਦ ਜੀ ਲਾ ਲੈਂਦੇ ਆ ਕਿ ਬਈ ਜਿੱਦਾਂ ਹੁਣ ਕਿਸਾਨ ਜਥੇਬੰਦੀਆਂ ਬਾਰੇ ਆਪਾਂ ਗੱਲ ਕਰਦੇ ਗੱਲ ਤਾਂ ਕਹੀ ਆ ਕਿ ਇਹ ਬੜਾ ਹਿਸਟੋਰੀਕਲ ਹੈ, ਇਤਿਹਾਸ 'ਚ ਪਹਿਲੀ ਵਾਰੀ ਏਦਾਂ ਹੋਇਆ। ਪਰ ਕਿਸਾਨ ਜਥੇਬੰਦੀਆਂ ਦਾ ਇੱਕ ਮੁਕਾਮ ਭਾਵੇਂ ਬਣਿਆ ਪਰ ਕੋਈ ਉਹ ਪੈਰਲਲ ਗਵਰਨਮੈਂਟ ਤਾਂ ਹੈ ਨਹੀਂ ਵੀ ਜੋ ਕਹਿ ਦੇਗੀ ਉਹ ਸਾਰੇ ਲੋਕ ਜਿਹੜੇ ਹੁੰਦੇ ਉਹਨੂੰ ਮੰਨ ਲੈਣਗੇ। ਹਾਂ ਇਹ ਜ਼ਰੂਰ ਹੈ ਕਿ ਦਬਾਅ ਹੈ ਕਿਸਾਨਾਂ ਦਾ ਤੇ ਵੋਟਾਂ ਦਾ ਡਰ ਹੈ ਲੋਕਾਂ ਨੂੰ। ਵੱਖ ਪੋਲੀਟੀਕਲ ਪਾਰਟੀਆਂ ਜਿਹੜੀਆਂ ਉਹ ਡਰ ਰਹੀਆਂ ਵੀ ਸਾਡਾ ਨੁਕਸਾਨ ਨਾ ਹੋ ਜਾਏ, ਇਸ ਕਰਕੇ ਉਹ ਦਬਾਅ ਦੇ ਵਿੱਚ ਬਹੁਤੀਆਂ ਗੱਲਾਂ ਉਹ ਮੰਨ ਰਹੀਆਂ। ਤੇ ਪਰ ਇਹ ਤਵੱਕੋ ਕਰਦੀ ਵੀ ਜੋ ਕਹਿਤਾ ਜੀ ਤੇ ਉਹ ਤਾਂ ਸਰਕਾਰ ਜੋ ਕਹਿ ਦਿੰਦੀ ਉਹ ਨਹੀਂ ਕਦੀ ਲਾਗੂ ਹੁੰਦਾ। ਸਰਕਾਰ ਕਈ ਵਾਰੀ ਫਤਵੇ ਜਾਰੀ ਕਰਦੀ ਆ, ਧਾਰਮਿਕ ਜਥੇਬੰਦੀਆਂ ਫਤਵੇ ਜਾਰੀ ਕਰ ਦਿੰਦੀਆਂ ਤੇ ਉਹ ਵੀ ਇੰਨ ਬਿੰਨ ਨਹੀਂ ਲਾਗੂ ਹੁੰਦਾ। ਇਹ ਤਵੱਕੋ ਨਾ ਕਰੀਏ ਵੀ ਹੁਣ ਪਤਾ ਨਹੀਂ ਕਿੰਨੀ ਕੁ ਤਾਕਤ ਬਣ ਗਈ ਹੈ ਕਿਸਾਨ ਜਥੇਬੰਦੀਆਂ ਦੀ ਵਿੱਚ ਉਹਨਾਂ ਨੇ ਕਹਿ ਤਾਂ ਉਹੀ ਹੋਣਾ। ਇਸੇ ਕਰਕੇ ਜਿਹੜੀਆਂ ਵੱਖ-ਵੱਖ ਸਿਆਸੀ ਧਿਰਾਂ ਉਹਨਾਂ ਨੇ ਆਪਣੇ ਢੰਗ ਦੇ ਨਾਲ ਆਪਣੀ ਗੱਲ ਜਿਹੜੀ ਕਹਿੰਦਿਆਂ ਹੋਇਆ ਇਹ ਗੱਲ ਕਹੀ ਹੈ ਵੀ ਸਾਰਿਆਂ ਲਈ ਇੱਕੋ ਜਿਹਾ ਜ਼ਾਬਤਾ ਤਾਂ ਹੋਵੇ। ਇਹ ਗੱਲ ਕਹੀ ਤਾਂ ਹੈ ਸਾਰਿਆਂ ਨੇ, ਪਰ ਇੱਕੋ ਜਿਹਾ ਜ਼ਾਬਤਾ ਮਤਲਬ ਕੋਈ ਇੱਦਾਂ ਦੀ ਤਵੱਕੋ ਨਹੀਂ ਕੀਤੀ ਜਾ ਸਕਦੀ ਵੀ ਜੋ ਲਿਖ ਕੇ ਦੇ ਦਿੱਤਾ ਕਿਸਾਨ ਜਥੇਬੰਦੀਆਂ ਨੇ ਜਾਂ ਸੰਯੁਕਤ ਕਿਸਾਨ ਮੋਰਚੇ ਨੇ ਉਹਨੂੰ ਸਾਰੇ ਇੱਕੋ ਜਿਹੇ ਤਰੀਕੇ ਨਾਲ ਮੰਨ ਲੈਣਗੇ। ਹਾਂ ਇਹ ਜ਼ਰੂਰ ਹੈ ਕਿ ਕੋਸ਼ਿਸ਼ ਹੈ ਵੀ ਸਾਰੇ ਇੱਕਮਤ ਹੋ ਜਾਣ। ਇਸ ਗੱਲ ਨੂੰ ਸਮਝਦਿਆਂ ਹੋਇਆ ਜਿਹੜੀ ਗੱਲ ਉਭਾਰੀ ਵੀ ਗਈ ਵੀ ਦਿੱਲੀ ਦੀ ਜਿਹੜੀ ਹਕੂਮਤ ਹੈ ਭਾਰਤੀ ਜਨਤਾ ਪਾਰਟੀ ਦੀ, ਨਰਿੰਦਰ ਮੋਦੀ ਦੀ, ਉਹ ਸ਼ਹਿ ਲਾ ਕੇ ਬੈਠੀ ਹੈ ਵੀ ਪੰਜਾਬ ਦੇ ਵਿੱਚ ਕਿਵੇਂ ਭਾਰਤੀ ਜਨਤਾ ਪਾਰਟੀ ਰਿਵਾਈਵ ਕਰੇ ਤੇ ਕਿਵੇਂ ਪੰਜਾਬ ਜਾਨੀ ਇੱਕ ਕਿਸਮ ਦਾ ਨਿਸ਼ਾਨੇ ਤੇ ਹੈ ਇਸ ਵੇਲੇ। ਇਸੇ ਕਰਕੇ ਚਾਰ ਇੰਚਾਰਜ ਲਾਏ ਜਾਂਦੇ ਆ। ਇਸੇ ਕਰਕੇ ਤਾਮਿਲਨਾਡੂ ਦਾ ਬੰਦਾ ਲਿਆ ਕੇ ਜਿਹੜਾ ਰਾਜਪਾਲ ਹੈ ਉਹਨੂੰ ਪੰਜਾਬ 'ਚ ਲਾ ਦਿੱਤਾ ਜਾਂਦਾ। ਪਹਿਲਾਂ ਉਹਨੂੰ ਕੱਢ ਲਾਇਆ ਜਾਂਦਾ ਤੇ ਫਿਰ ਉਹਨੂੰ ਪੱਕੇ ਤੌਰ ਤੇ ਲਾ ਦਿੱਤਾ ਜਾਂਦਾ ਤੇ ਉਹਦੇ ਤੋਂ ਰਿਪੋਰਟ ਵੀ ਸਪੈਸ਼ਲ ਕਰਵਾਈ ਜਾਂਦੀ ਹੈ।
ਵੀ ਦੱਸ ਤਾਂ ਕਿ ਭਾਈ ਪੰਜਾਬ ਦੀ ਹਾਲਤ ਕੀ ਆ, ਉਹ ਅਮਿਤ ਸ਼ਾਹ ਨੂੰ ਜਾ ਕੇ ਰਿਪੋਰਟ ਕਰਦਾ ਤੇ ਨਰਿੰਦਰ ਮੋਦੀ ਨੂੰ ਰਿਪੋਰਟ ਕਰਦਾ। ਇਹ ਖਦਸ਼ਾ ਪ੍ਰਗਟ ਕੀਤਾ ਗਿਆ ਉੱਥੇ ਵੀ ਕਿਤੇ ਏਦਾਂ ਦੇ ਹਾਲਾਤ ਨਾ ਬਣ ਜਾਣ, ਇਸ ਤੋਂ ਬਚਣਾ ਚਾਹੀਦਾ। ਇਹਨਾਂ ਸਾਰੀਆਂ ਪ੍ਰਸਥਿਤੀਆਂ ਦੇ ਵਿੱਚ ਬਹੁਤ ਫੂਕ ਕੇ ਕਦਮ ਰੱਖਣ ਦੀ ਲੋੜ ਹੈ। ਤੇ ਕਿਸਾਨ ਆਗੂਆਂ ਨੇ ਗੱਲ ਕਹੀ ਵੀ ਅਸੀਂ ਇਸੇ ਕਰਕੇ ਕਹਿ ਰਹੇ ਹਾਂ ਵੀ ਉਹਨਾਂ ਨੂੰ ਮੌਕਾ ਨਾ ਮਿਲੇ। ਤੁਸੀਂ ਪਿੰਡਾਂ 'ਚ ਜਾਓਗੇ, ਤੁਹਾਨੂੰ ਸਵਾਲ ਕੀਤੇ ਜਾਣਗੇ ਤੇ ਸਵਾਲ ਹੋਣਗੇ ਤਾਂ ਫਿਰ ਟਕਰਾਅ ਦੀ ਸਥਿਤੀ ਬਣੇਗੀ। ਟਕਰਾਅ ਜਿਹੜਾ ਆ ਉਹਦੇ 'ਚ ਕੁਝ ਸ਼ਰਾਰਤੀ ਤੱਤ ਸ਼ਾਮਲ ਹੋਣਗੇ ਤੇ ਮਾਹੌਲ ਏਦਾਂ ਦਾ ਬਣੂਗਾ ਜਿਹਦਾ ਇੱਕ ਬਹਾਨਾ ਬਣੂਗਾ ਕੇਂਦਰ ਨੂੰ ਕਹਿਣ ਦਾ, ਲਓ ਜੀ ਪੰਜਾਬ ਦੇ ਵਿੱਚ ਤਾਂ ਹਾਲਾਤ ਸੁਖਾਵੇਂ ਨਹੀਂ, ਚੋਣਾਂ ਨਹੀਂ ਹੋ ਸਕਦੀਆਂ, ਉਹਨੂੰ ਡਿਲੇ ਕਰੋ ਤੇ ਇੱਥੇ ਫਿਰ ਪਾਇਆ ਗਵਰਨਰ ਜਿਹੜਾ ਰਾਜ ਜਿਹੜਾ ਆ ਉਹ ਅਮਿਤ ਸ਼ਾਹ ਤੇ ਨਰਿੰਦਰ ਮੋਦੀ ਦਾ ਚੱਲੇਗਾ। ਇਸ ਡਰ ਤੋਂ ਹੀ ਕਹਿੰਦੇ ਅਸੀਂ ਕਹਿ ਰਹੇ ਹਾਂ ਵੀ ਨਾ ਆਪਾਂ ਏਦਾਂ ਕਰੀਏ। ਪਰ ਸ਼੍ਰੋਮਣੀ ਅਕਾਲੀ ਦਲ ਦੀ ਅਪਰੋਚ ਮੈਨੂੰ ਸਮਝ ਨਹੀਂ ਆਈ। ਸ਼੍ਰੋਮਣੀ ਅਕਾਲੀ ਦਲ ਬਾਕੀ ਪਾਰਟੀਆਂ ਦੇ ਮੁਕਾਬਲੇ ਸ਼੍ਰੋਮਣੀ ਅਕਾਲੀ ਦਲ ਦੀ ਅਪਰੋਚ ਜਿਹੜੀ ਮੀਟਿੰਗ 'ਚ ਆ ਉਹ ਬਿਲਕੁਲ ਡਿਫਰੈਂਟ ਰਹੀ ਹੈ, ਵੱਖਰੀ ਰਹੀ ਹੈ। ਇਹ ਸਮਝ ਨਹੀਂ ਆ ਰਹੀ, ਮਤਲਬ ਮੈਨੂੰ ਸਮਝ ਨਹੀਂ ਆਈ ਦਾ ਮਤਲਬ ਇਹ ਨਹੀਂ ਕਿ ਮੈਨੂੰ ਨਹੀਂ ਪਤਾ, ਮੈਨੂੰ ਤਾਂ ਸਮਝ ਆ ਰਹੀ ਹੈ। ਮਤਲਬ ਸਧਾਰਨ ਜਿਹੜਾ ਇੱਕ ਪੰਜਾਬੀ ਆ ਉਹਨੂੰ ਸ਼ਾਇਦ ਇਹ ਸਮਝ ਨਾ ਆਵੇ ਵੀ ਉਹ ਕੀ ਰਿਹਾ ਹੈ। ਇੱਕ ਪਾਸੇ ਖੁਦ ਡਰ ਪ੍ਰਗਟ ਕੀਤਾ ਇਹੀ ਸ਼੍ਰੋਮਣੀ ਅਕਾਲੀ ਦਲ ਨੇ ਵੀ ਦੇਖੋ ਕਿਤੇ ਐ ਨਾ ਹੋਵੇ ਹਾਲਾਤ ਵਿਗੜ ਜਾਣ, ਇੱਥੇ ਗਵਰਨਰ ਦਾ ਰੂਲ ਨਾ ਲੱਗ ਜਾਏ। ਇਹ ਪ੍ਰੇਮ ਸਿੰਘ ਚੰਦੂਮਾਜਰੇ ਨੇ ਵੀ ਕਿਹਾ, ਇਹ ਦਲਜੀਤ ਸਿੰਘ ਚੀਮੇ ਨੇ ਵੀ ਕਿਹਾ, ਮਹੇਸ਼ਿੰਦਰ ਸਿੰਘ ਗਰੇਵਾਲ ਨੇ ਵੀ ਕਿਹਾ। ਨਾਲ ਦੀ ਨਾਲ ਇਹ ਕਹੀ ਗਏ ਉਹ ਵੀ ਦੇਖੋ ਜੀ ਪੋਲੀਟੀਕਲ ਪਾਰਟੀਆਂ ਜੀਂਦੀਆਂ ਕਿੱਦਾਂ ਰਹਿਣਗੀਆਂ ਜੇ ਉਹ ਆਪਣੀਆਂ ਸਰਗਰਮੀਆਂ ਨਾ ਕਰਨਗੀਆਂ। ਮਤਲਬ ਇਹ ਦੋ ਗੱਲਾਂ ਨਹੀਂ ਹੋ ਸਕਦੀਆਂ। ਕਿਸੇ ਉਹ ਕਹਿ ਰਿਹਾ ਵੀ ਹਾਲਾਤ ਨਾ ਵਿਗੜ ਜਾਣ ਸਾਡੇ, ਉਹਨਾਂ ਨੂੰ ਬਹਾਨਾ ਨਾ ਮਿਲ ਜੇ ਰਾਸ਼ਟਰਪਤੀ ਰਾਜ ਲਾਗੂ ਕਰਦਾ। ਕਹਿ ਰਹੀ ਹੈ ਵੀ ਅਸੀਂ ਜਾਣਾ ਚਾਹੁੰਦੇ, ਅਸੀਂ ਕਿੱਦਾਂ ਰੈਲੀਆਂ ਆਪਣੀਆਂ ਕਰ ਦਈਏ। ਇਹਦਾ ਮਤਲਬ ਹੈ ਕਿ ਜੋ ਮਨਸ਼ਾ ਹੈ ਭਾਰਤੀ ਜਨਤਾ ਪਾਰਟੀ ਦੀ ਜਾਂ ਕੇਂਦਰ ਦੀ ਪੰਜਾਬ ਦੇ ਵਿੱਚ, ਉਹ ਪੂਰੀ ਕਰਨ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਸਹਾਈ ਹੋਣਾ ਚਾਹੁੰਦਾ। ਵੀ ਬਾਕੀ ਪਾਰਟੀਆਂ ਲਗਭਗ ਇਹ ਮੰਨ ਗਈਆਂ ਜੋ ਕਿਸਾਨ ਜਥੇਬੰਦੀਆਂ ਕਹਿਣਗੀਆਂ ਅਸੀਂ ਕਰਨ ਨੂੰ ਤਿਆਰ ਹੈ, ਤੇ ਅਕਾਲੀ ਇਕੱਲੇ ਹੀ ਇਹ ਕਹੀ ਜਾਂਦੇ ਆ ਵੀ ਸਾਡਾ ਤਾਂ ਸਰਦਾ ਹੀ ਨਹੀਂ ਜੀ ਲੋਕਾਂ 'ਚ ਜਾਣ ਤੋਂ ਬਿਨਾਂ। ਤੇ ਪਹਿਲਾਂ ਕੋਵਿਡ ਕਰਕੇ ਰੁਕੇ ਰਹੇ, ਹੁਣ ਜੇ ਨਾ ਗਏ ਤਾਂ ਫਿਰ ਕੀ ਬਣੂਗਾ। ਅਸੀਂ ਤਾਂ ਜੀ ਆਪਣੇ ਲੀਡਰਸ਼ਿਪ ਨਾਲ ਜਾਂ ਹਾਈਕਮਾਂਡ ਨਾਲ ਗੱਲ ਕਰਕੇ ਫਾਈਨਲ ਡਿਸੀਜਨ ਲਵਾਂਗੇ। ਸੋ ਇਹ ਜਿਹੜੀ ਕੰਟਰਾਡਕਟਰੀ ਜਿਹੜੀ ਅਪਰੋਚ ਹੈ ਉਹ ਸ਼ੱਕ ਹੀ ਨਹੀਂ ਪੈਦਾ ਕਰਦੀ। ਯਕੀਨ ਹੈ ਮੈਨੂੰ ਵੀ ਭਾਰਤੀ ਜਨਤਾ ਪਾਰਟੀ ਨਾਲੋਂ ਰਿਸ਼ਤਾ ਟੁੱਟਣ ਦੇ ਬਾਵਜੂਦ ਵੀ ਭਾਰਤੀ ਜਨਤਾ ਪਾਰਟੀ ਨਾਲੋਂ ਰਿਸ਼ਤਾ ਟੁੱਟਿਆ ਨਹੀਂ ਹੈ ਸ਼੍ਰੋਮਣੀ ਅਕਾਲੀ। ਬਿਲਕੁਲ ਠੀਕ ਤੁਸੀਂ ਕਹਿ ਰਹੇ ਹੋ, ਪਰ ਤੁਹਾਨੂੰ ਯਾਦ ਹੋਣਾ ਕੱਲ ਦੇ ਪ੍ਰੋਗਰਾਮ ਦੇ ਵਿੱਚ, ਹੁਣ ਤੇ ਹਰ ਚੀਜ਼ ਰਿਕਾਰਡ ਹੋ ਜਾਂਦੀ ਆ, ਮੈਂ ਇਹੀ ਖਦਸ਼ਾ ਜ਼ਾਹਰ ਕੀਤਾ ਸੀਗਾ ਕਿ ਜਦੋਂ ਪੋਲੀਟੀਕਲ ਪਾਰਟੀਆਂ ਉੱਥੇ ਆਉਣਗੀਆਂ ਤੇ ਜ਼ਰੂਰੀ ਨਹੀਂ ਕਿ ਉਹ ਹਰ ਗੱਲ ਤੇ ਸਹਿਮਤੀ ਪ੍ਰਗਟ ਕਰ ਦੇਣਗੀਆਂ, ਤੇ ਉਹਨਾਂ ਕੋਲ ਇੱਕ ਬੜਾ ਵੱਡਾ ਬਹਾਨਾ ਹੋਊਗਾ ਕਿ ਅਸੀਂ ਆਪਣੀ ਲੀਡਰਸ਼ਿਪ ਨੂੰ ਪੁੱਛ ਕੇ ਇਹਦਾ ਜਵਾਬ ਦੇਵਾਂਗੇ। ਤੁਸੀਂ ਮੈਨੂੰ ਜਵਾਬ ਦਿੱਤਾ ਸੀ ਨਹੀਂ, ਕਿਉਂਕਿ ਕੋਰ ਕਮੇਟੀ ਦੇ ਵਿੱਚ ਇਹ ਪਹਿਲਾਂ ਡਿਸਕਸ ਹੋਇਆ ਤੇ ਜਿਹੜੇ ਨੁਮਾਇੰਦੇ ਆਉਣਗੇ ਉਹਨਾਂ ਨੂੰ ਪੂਰੇ ਇਖਤਿਆਰ ਹੋਣਗੇ, ਜਿਹੜੀ ਉਹ ਕਮਿਟਮੈਂਟ ਕਰਕੇ ਜਾਣਗੇ ਉਹ ਸਾਰੀਆਂ ਪਾਰਟੀਆਂ ਲਈ ਮੰਨਣੀ ਜ਼ਰੂਰੀ ਹੋਏਗੀ। ਮੈਂ ਕੱਲ ਸਵਾਲ ਉਠਾਇਆ ਸੀ ਤੁਹਾਡੇ ਕੋਲ ਕਿ ਇਦਾਂ ਦੀ ਹੋਣ ਦੀ ਸੰਭਾਵਨਾ ਮੈਨੂੰ ਨਜ਼ਰ ਆ ਰਹੀ ਆ ਕਿ ਹੋ ਸਕਦਾ ਹੈ ਕਿ ਜਿਹੜੇ ਨੁਮਾਇੰਦੇ ਆਉਣ ਉਹ ਇਹ ਕਹਿ ਕੇ ਚਲੇ ਜਾਣ ਕਿ ਅਸੀਂ ਆਪਣੇ ਲੀਡਰਸ਼ਿਪ ਨਾਲ ਗੱਲ ਕਰਕੇ ਤੁਹਾਨੂੰ ਦੁਬਾਰਾ ਦੱਸਾਂਗੇ, ਔਰ ਉਹੀ ਐਨ ਉਹੀ ਹੋਇਆ ਜੀ। ਮੈਨੂੰ ਤਾਂ ਇਦਾਂ ਲੱਗ ਰਿਹਾ, ਤੁਸੀਂ ਮੈਨੂੰ ਕਿਹਾ ਸੀ ਕਿ ਨਹੀਂ ਪਹਿਲੇ ਫੈਸਲੇ ਕੋਰ ਕਮੇਟੀਆਂ 'ਚ ਹੋਏ ਆ ਤੇ ਜਿਹੜੇ ਲੀਡਰ ਉੱਥੇ ਭੇਜੇ ਜਾਣਗੇ ਉਹ ਪੂਰੀ ਅਥਾਰਟੀ ਦੇ ਨਾਲ ਭੇਜੇ ਜਾਣਗੇ, ਉਹ ਉੱਥੇ ਆਪਣੀ ਕਮਿਟਮੈਂਟ ਦੇ ਕੇ ਜਾਣਗੇ। ਇਹ ਥੋੜਾ ਜਿਹਾ ਮੈਨੂੰ ਲੱਗਦਾ ਹੈ ਕਿ ਕੱਲ ਵਾਲੇ ਤੋਂ ਆਪਾਂ ਥੋੜਾ ਜਿਹਾ ਇਦਾਂ ਹੋਇਆ। ਦੂਜੀ ਚੀਜ਼ ਜਿਹੜੀ ਕਿਸਾਨ ਜਥੇਬੰਦੀਆਂ ਨੇ ਚੇਤਾਵਨੀ ਦੇ ਰੂਪ ਵਿੱਚ ਦਿੱਤੀ ਆ, ਜਾਂ BBC ਨੇ ਵੀ ਖਬਰ ਲਾ ਦਿੱਤੀ ਆ ਕਿ ਜਿਹੜੀ ਵੀ ਪਾਰਟੀ ਚੋਣਾਂ ਦੇ ਐਲਾਨ ਹੋਣ ਤੋਂ ਪਹਿਲਾਂ ਸਰਗਰਮੀਆਂ ਸ਼ੁਰੂ ਕਰੂਗੀ ਉਹਨੂੰ ਅਸੀਂ ਕਿਸਾਨ ਵਿਰੋਧੀ ਮੰਨਾਂਗੇ। ਮਤਲਬ ਲੀਡਰਸ਼ਿਪ ਨੇ, ਕਿਸਾਨ ਲੀਡਰਸ਼ਿਪ ਨੇ ਕਲੀਅਰਲੀ ਇਹ ਕਹਿ ਦਿੱਤਾ। ਹੁਣ ਇਹ ਵੇਖਣਾ ਬਾਕੀ ਆ ਕਿ ਉਹ ਉਹਨਾਂ ਨੂੰ ਆਪਣੇ ਰਾਸ਼ਟਰੀਅਤ ਪਿਆਰੇ ਆ ਜਾਂ ਸਟੇਟ ਦੇ ਲੋਕ ਪਿਆਰੇ ਆ ਜਾਂ ਆਪਣੀ ਸਟੇਟ ਜਿਹੜੀ ਆ ਉਹ ਜ਼ਿਆਦਾ ਪਿਆਰੀ ਆ। ਤੇ ਦੂਜੇ ਪਾਸੇ ਜਿੱਦਾਂ ਤੁਸੀਂ ਕਹਿ ਰਹੇ ਹੋ ਕਿ ਅਕਾਲੀ ਦਲ ਨੇ ਬਾਰ-ਬਾਰ ਕਿਹਾ ਕਿ ਇਹਦੇ ਨਾਲ ਕੇਂਦਰ ਨੂੰ ਮੌਕਾ ਮਿਲ ਸਕਦਾ, ਮੈਨੂੰ ਲੱਗਦਾ ਇੱਕ ਕਿਸਮ ਦੀ ਉਹ BJP ਦੀ ਇਨਡਾਇਰੈਕਟਲੀ ਥ੍ਰੈਟ ਹੈ ਜਿਹੜੀ ਅਕਾਲੀਆਂ ਦੇ ਕੋਲੋਂ ਜਿਹੜੀ ਆ ਉਹ ਕਹਾਈ ਗਈ ਆ ਕਿਸਾਨਾਂ ਨੂੰ। ਮੈਨੂੰ ਇਦਾਂ ਲੱਗ ਰਿਹਾ ਜਿਵੇਂ ਤੁਸੀਂ ਬਿਲਕੁਲ ਠੀਕ ਵਿਸ਼ਲੇਸ਼ਣ ਕੀਤਾ ਹੈ ਕਿ ਉਹਨਾਂ ਦੀ ਸਾਂਠ-ਗਾਂਠ ਬਕਾਇਦਾ ਜਾਰੀ ਆ ਤੇ ਭਾਰਤੀ ਜਨਤਾ ਪਾਰਟੀ ਦੀ ਪੈਰ ਲਾਉਣ ਦੀ ਜਿਹੜੀ ਗੇਮ ਹੈ ਉਹ ਕਿਤੇ ਨਾ ਕਿਤੇ ਅਕਾਲੀ ਦਲ ਉਸੇ ਤਰ੍ਹਾਂ ਹੀ ਚਲਾ ਰਿਹਾ ਜਿੱਦਾਂ ਉਹ ਸਾਂਝ ਭੈਲੀ ਜਦੋਂ 9 ਮਾਸ ਦਾ ਰਿਸ਼ਤਾ ਹੁੰਦਾ ਸੀਗਾ ਉਦੋਂ ਨਿਭਾਉਂਦੇ ਆਏ ਆ।
ਤੇ ਨਾਲ ਦੀ ਨਾਲ ਇੱਕ ਕਿਸਮ ਦੀ ਧਮਕੀ ਵੀ ਮੰਨੀ ਜਾ ਸਕਦੀ ਹੈ ਕਿ ਜੇ ਇਦਾਂ ਹੋਇਆ ਤੇ ਫਿਰ ਰਾਜ ਜਿਹੜਾ ਉਹ ਕੇਂਦਰ ਜਿਹੜਾ ਉਹ ਹੋ ਸਕਦਾ। ਹਾਂਜੀ ਬਿਲਕੁਲ ਠੀਕ ਹੈ। ਜਿਹੜੀ ਕੱਲ ਦੀ ਗੱਲ ਤੁਸੀਂ ਕਰ ਰਹੇ ਹੋ ਨਾ, ਇਹ ਜਿਹੜੀ ਗੱਲ ਆਪਾਂ ਕੀਤੀ ਸੀ ਕੱਲ, ਉਹ ਦਰਅਸਲ ਬਿਲਕੁਲ ਜਿਹੜੇ ਅੰਦਰੂਨੀ ਸਰੋਤ ਸੀ ਸਾਡੇ, ਉਹ ਇਹ ਜਾਣਕਾਰੀ ਦੇ ਰਹੇ ਸੀ ਵੀ ਕੋਰ ਕਮੇਟੀ 'ਚ ਡਿਸੀਜਨ ਹੋ ਗਿਆ, ਅਕਾਲੀ ਦਲ ਦੀ ਕੋਰ ਕਮੇਟੀ 'ਚ ਵੀ ਸਹਿਮਤੀ ਬਣ ਗਈ ਹੈ ਕਿ ਜੋ ਵੀ ਉੱਥੇ ਫੈਸਲਾ ਹੋਏਗਾ, ਖਾਸ ਤੌਰ ਤੇ ਕਿਸਾਨ ਜਥੇਬੰਦੀਆਂ ਕਰਨਗੀਆਂ ਕਿ ਅਸੀਂ ਉਹਨਾਂ ਸਹਿਮਤੀ ਪ੍ਰਗਟ ਕਰਾਂਗੇ। ਇਹ ਕੋਰ ਕਮੇਟੀ ਦੇ ਵਿੱਚ ਡਿਸੀਜਨ ਲੈ ਕੇ ਉੱਠੇ ਸੀ, ਪਰ ਜਿਹੜਾ ਸੁਖਬੀਰ ਸਿੰਘ ਬਾਦਲ ਹੋਣੀ ਕਈ ਵਾਰੀ ਗੱਲਾਂ ਕਰਦੇ ਆ ਵੀ ਆਮ ਆਦਮੀ ਪਾਰਟੀ ਜਾਂ ਕਾਂਗਰਸ ਪਾਰਟੀ ਬਾਰੇ, ਵੀ ਇਹਨਾਂ ਦੇ ਤਾਂ ਜੀ ਡਿਸੀਜਨ ਜਿਹੜੇ ਦਿੱਲੀੋਂ ਹੁੰਦੇ ਆ, ਅਸੀਂ ਦੇਖੋ ਜੀ ਪੰਜਾਬ 'ਚ ਬੈਠੇ ਆ ਤੇ ਅਸੀਂ ਕਿਤੋਂ ਮਨਜ਼ੂਰੀ ਲੈਣ ਨਹੀਂ ਜਾਣਾ ਹੁੰਦਾ, ਅਸੀਂ ਜਾਂ ਇੱਥੇ ਡਿਸੀਜਨ ਲੈ ਲੈਂਦੇ ਆ। ਉਹ ਹੁਣ ਅਸੀਂ ਕੱਲ ਦੇਖਿਆ ਵੀ ਭਾਵੇਂ ਕੋਰ ਕਮੇਟੀ 'ਚ ਜੋ ਵੀ ਮਰਜ਼ੀ ਫੈਸਲਾ ਕਰਕੇ ਉੱਠੇ ਹੋਣ, ਤੇ ਪਰ ਜਿਹੜੇ ਲੀਡਰ ਭੇਜੇ ਚੰਦੂ ਆਜਰਾ ਜਾਂ ਮਹੇਸ਼ ਚੰਦਰ ਗਰੇਵਾਲ ਜਾਂ ਰਣਜੀਤ ਚੀਮਾ, ਉਹਨਾਂ ਨੂੰ ਕਹਿਣ ਨੂੰ ਭਾਵੇਂ ਸੀਗਾ ਵੀ ਸਹਿਮਤੀ ਆ ਪੂਰੀ, ਪਰ ਉਹਨਾਂ ਨੂੰ ਕੋਈ ਅਧਿਕਾਰ ਨਹੀਂ ਸੀ, ਇਸੇ ਕਰਕੇ ਕੋਈ ਡਿਸੀਜਨ ਜਿਹੜਾ ਨਹੀਂ ਲੈ ਸਕੇ ਬਾਕੀ ਪਾਰਟੀਆਂ ਦੇ ਮੁਕਾਬਲੇ। ਤੇ ਉਹਨਾਂ ਨੂੰ ਇਹ ਕਹਿਣਾ ਪਿਆ ਕਿ ਦੇਖੋ ਜੀ ਅਸੀਂ ਆਪਣੀ ਕੋਰ ਕਮੇਟੀ ਦੀ ਮੀਟਿੰਗ ਕਰਦੇ ਹਾਂ ਜਾ ਕੇ, ਤੇ ਉਸ ਤੋਂ ਬਾਅਦ ਅਸੀਂ ਫਾਈਨਲ ਡਿਸੀਜਨ ਦੱਸਾਂਗੇ। ਤੇ ਇਹਦਾ ਮਤਲਬ ਹੈ ਕਿ ਜਿਹੜਾ ਸੁਖਬੀਰ ਬਾਦਲ ਹੋਰੀ ਬਾਕੀ ਪਾਰਟੀਆਂ ਨੂੰ ਕਹਿੰਦੇ ਆ, ਉਹਨਾਂ ਦੇ ਵੀ ਲਾਗੂ ਹੁੰਦਾ ਹੈ ਵੀ ਉਹਨਾਂ ਦੇ ਫੈਸਲੇ ਵੀ ਤਾਂ ਫਿਰ ਉਹ ਇੱਕ ਟੱਪਰੀ ਕਰੇਗਾ ਨਾ, ਵੀ ਥੱਲੇ ਜਿਹੜੇ ਵੱਡੇ ਲੀਡਰ ਵੀ ਆ, ਭਾਵੇਂ ਚੰਦੂ ਮਾਜਰਾ ਜਾਂ ਦਲਜੀਤ ਸਿੰਘ ਚੀਮਾ, ਉਹਨਾਂ ਦੇ ਇੱਕ ਕਿਸਮ ਦੇ ਥਿੰਕ ਟੈਂਕ ਹੈ, ਉਹਨਾਂ ਨੂੰ ਵੀ ਕੋਈ ਅਖਤਿਆਰ ਨਹੀਂ ਹੈ ਕਿ ਹਾਂ ਉਹ ਫਾਈਨਲ ਡਿਸੀਜਨ ਲੈ ਕੇ ਉੱਠਣ। ਦੂਜੀ ਗੱਲ, ਜਿਹੜਾ ਖਦਸ਼ਾ ਆਪਾਂ ਪ੍ਰਗਟ ਕਰ ਰਹੇ ਹਾਂ, ਇਹ ਖਦਸ਼ਾ ਬਿਲਕੁਲ ਜਾਇਜ਼ ਹੈ, ਇਹ ਥ੍ਰੈਟ ਹੀ ਹੈ ਇੱਕ ਕਿਸਮ ਦਾ। ਇਹ ਆਪਣੇ ਸ਼੍ਰੋਮਣੀ ਅਕਾਲੀ ਦਲ ਦੇ ਰਾਹੀਂ ਮਤਲਬ ਪੰਜਾਬ ਦੇ ਲੋਕਾਂ ਨੂੰ ਇੱਕ ਕਿਸਮ ਦੀ ਧਮਕੀ ਹੈ ਵੀ ਜੇ ਇੱਦਾਂ ਹੋਏਗਾ ਤਾਂ ਇੱਦਾਂ ਹੋ ਸਕਦਾ ਹੈ। ਤੇ ਪਰ ਨਾਲ ਦੀ ਨਾਲ ਮੈਂ ਇਹ ਸਮਝਦਾ ਕਿ ਜੇ ਬਾਕੀ ਪੋਲੀਟੀਕਲ ਪਾਰਟੀਆਂ ਦੇ ਮੁਕਾਬਲੇ ਇਸ ਕਿਸਮ ਦੀ ਨੀਤੀ ਅਖਤਿਆਰ ਕਰੇਗਾ ਸ਼੍ਰੋਮਣੀ ਅਕਾਲੀ ਦਲ, ਤਾਂ ਮੈਨੂੰ ਲੱਗਦਾ ਕਿ ਸ਼ਾਇਦ ਪੰਜਾਬੀਆਂ ਦੇ ਵਿੱਚ ਬਹੁਤ ਬੁਰੀ ਤਰ੍ਹਾਂ ਉਹਦਾ ਜਿਹੜਾ ਅਕਸਰ ਵਿਗੜੇਗਾ। ਪਹਿਲਾਂ ਹੀ ਖੇਤੀ ਕਾਨੂੰਨਾਂ ਦੇ ਮਾਮਲੇ ਦੇ ਉੱਤੇ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਅਪਰੋਚ ਰਹੀ, ਜਦੋਂ ਇਹ ਨੋਟੀਫਿਕੇਸ਼ਨ ਜਾਰੀ ਹੋਇਆ, ਆਰਡੀਨੈਂਸ ਜਾਰੀ ਹੋਇਆ, ਫਿਰ ਕਾਨੂੰਨ ਬਣ ਗਏ, ਕਾਨੂੰਨ ਬਣਨ ਤੋਂ 1.5 ਮਹੀਨੇ ਤੱਕ ਵੀ ਜਿਹੜੀ ਅਪਰੋਚ ਰਹੀ ਸ਼੍ਰੋਮਣੀ ਅਕਾਲੀ ਦਲ ਦੀ, ਜਿਹੜੀ ਅਪਰੋਚ ਜਿਹੜੀ ਆ ਇਹ ਨਹੀਂ ਆ ਕੋਈ ਲੁਕੀ ਛਿਪੀ ਆ, ਉਹ ਵੀਡੀਓਜ਼ ਸਾਰੀਆਂ ਪਈਆਂ ਸੁਖਬੀਰ ਬਾਦਲ ਤੋਂ ਲੈ ਕੇ ਬੀਬਾ ਹਰਸਿਮਰਤ ਕੌਰ ਬਾਦਲ ਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਵੀ ਵੀਡੀਓ ਪਈ ਹੈ, ਜਿਹਦੇ ਚਿੰਨਤ ਖੇਤੀ ਕਾਨੂੰਨਾਂ ਦੀ ਉਹ ਲਗਾਤਾਰ ਸਿਫਤ ਕਰਦੇ ਰਹੇ, ਲੋਕਾਂ ਨੂੰ ਇਹ ਦੱਸਦੇ ਰਹੇ ਵੀ ਬੜੇ ਕਮਾਲ ਦੇ ਖੇਤੀ ਕਾਨੂੰਨ ਹੈ। ਸੋ ਇਹ ਜਿਹੜੀ ਅਪਰੋਚ ਹੈ ਉਹਨਾਂ ਦੀ, ਉਸ ਅਪਰੋਚ ਕਰਕੇ ਪਹਿਲਾਂ ਹੀ ਨੰਗੇ ਹੋ ਚੁੱਕੇ ਨੇ ਸ਼੍ਰੋਮਣੀ ਅਕਾਲੀ ਦਲ ਵਾਲੇ। ਤੇ ਜੇ ਹੁਣ ਬੰਦੋਂ ਦਿਖਾਵੇ ਦੀ ਰਾਜਨੀਤੀ ਕਰ ਰਹੇ ਆ ਵੀ ਅਸੀਂ ਕਿਸਾਨਾਂ ਦੇ ਨਾਲ ਹੈ, ਤੇ ਜੇ ਮਤਲਬ ਪ੍ਰੈਕਟਿਸ ਦੇ ਵਿੱਚ ਉਹ ਕਹਿੰਦੇ ਆ ਕਿ ਨਹੀਂ ਅਸੀਂ ਤਾਂ ਜਾਣਾ ਹੈ ਪਿੰਡਾਂ ਦੇ ਵਿੱਚ, ਬਾਕੀ ਜਿਹੜੇ ਮੰਨ ਜਾਂਦੇ ਆ, ਕਿਉਂਕਿ ਕਾਂਗਰਸ ਪਾਰਟੀ ਦੇ ਲੀਡਰਸ਼ਿਪ ਨੇ, ਪ੍ਰਗਟ ਸਿੰਘ ਹੋਇਆ ਜਾਂ ਕੁਲਜੀਤ ਨਾਗਰਾ ਹੋਇਆ ਜਾਂ ਨਵਜੋਤ ਸਿੰਘ ਸਿੱਧੂ ਹੋਇਆ, ਉਹਨਾਂ ਨੇ ਕਲੀਅਰ ਕੱਟ ਕੇ ਗੱਲ ਕਹੀ ਆ, ਭਾਵੇਂ ਵੱਖਰੀ ਗੱਲ ਹੈ ਉਹ ਵੀ ਸ਼ਾਇਦ ਬਾਅਦ 'ਚ ਫਾਈਨਲੀ ਗੱਲ ਕਰਨਗੇ, ਪਰ ਮੀਟਿੰਗ 'ਚ ਉਹਨਾਂ ਨੇ ਕਲੀਅਰ ਕੱਟ ਕੇ ਗੱਲ ਕਹੀ ਹੈ, ਤੇ ਬਾਅਦ ਮੀਟਿੰਗ 'ਚ ਆ ਕੇ ਵੀ ਕਹੀ ਹੈ ਵੀ ਅਸੀਂ ਜੋ ਕਿਸਾਨ ਕਹਿਣਗੇ ਉਹਦੇ ਨਾਲ ਚੱਲਾਂਗੇ। ਪ੍ਰਗਟ ਸਿੰਘ ਨੇ ਤਾਂ ਇੱਥੋਂ ਤੱਕ ਕਿਹਾ ਕਿ ਇਹ ਕਿਸਾਨ ਜਥੇਬੰਦੀਆਂ ਨੇ ਮਾਮਲਾ ਉਠਾਇਆ ਵੀ ਪੰਜਾਬ ਦਾ ਵਿਜ਼ਨ ਇੱਕ ਚਾਹੀਦਾ ਆ, ਉਹ ਕੀ ਆ ਆਪਣੇ ਕੋਲ, ਤੇ ਦੂਜਾ ਉਹਨਾਂ ਨੇ ਕਿਹਾ ਕਿ ਜਿਹੜੇ ਤੁਹਾਡੇ ਇਲੈਕਸ਼ਨ ਮੈਨੀਫੈਸਟੋ ਆ ਉਹ ਲੀਗਲ ਡਾਕੂਮੈਂਟ ਹੋਣੇ ਚਾਹੀਦੇ ਆ। ਇਹ ਬੜਾ ਇੰਪੋਰਟੈਂਟ ਜਿਹੜਾ ਮੁੱਦਾ ਜੀ, ਇਹ ਮੁੱਦਾ ਬੜਾ ਇੰਪੋਰਟੈਂਟ ਹੈ, ਕਿਉਂਕਿ ਜਿਹੜੇ ਪੋਲੀਟੀਕਲ ਲੋਕ ਨੇ ਨਾ ਜੀ, ਸਾਧ ਸਾਹਿਬ, ਚਾਹੇ ਉਹ ਕੈਪਟਨ ਸਾਹਿਬ ਹੋਣ, ਚਾਹੇ ਬਾਦਲ ਪਰਿਵਾਰ ਹੋਵੇ, ਜਾਂ ਹੋਰ ਕੋਈ ਵੀ ਪੰਜਾਬ ਦਾ ਵੱਡਾ ਸਿਆਸੀ ਆਗੂ ਹੋਵੇ, ਉਹਦੀ ਕਹਿਣੀ ਤੇ ਕਰਨੀ 'ਚ ਬਹੁਤ ਜ਼ਿਆਦਾ ਫਰਕ ਆ। ਉਹ ਤੇ ਮਤਲਬ ਹੱਥ 'ਚ ਗੁਟਕਾ ਸਾਹਿਬ ਲੈ ਕੇ ਸੋਹਾਂ ਚੁੱਕ ਕੇ ਮੁੱਕਰ ਜਾਂਦੇ ਆ, ਤੇ ਲੋਕ ਹੁਣ ਉਹਨਾਂ ਤੋਂ ਮਤਲਬ ਜਿੱਦਾਂ ਬੇਵਿਸ਼ਵਾਸੀ ਦਾ ਇੱਕ ਮਾਹੌਲ ਬਣ ਗਿਆ। ਹਾਲਾਂਕਿ ਕਿਸੇ ਵੀ ਡੈਮੋਕ੍ਰੇਸੀ 'ਚ ਮੈਨੂੰ ਨਹੀਂ ਲੱਗਦਾ, ਰੀਕਾਲ ਵਾਲੀ ਗੱਲ ਤਾਂ ਹੈਗੀ ਆ ਕਿਤੇ ਕਿਤੇ, ਪਰ ਕਿਤੇ ਮਤਲਬ ਇਹ ਗੱਲ ਨਹੀਂ ਹੋਈ ਕਿ ਜਿਹੜੀਆਂ ਪੋਲੀਟੀਕਲ ਪਲੇਟਫਾਰਮ ਦਿੰਦੀਆਂ ਨੇ ਪਾਰਟੀਆਂ, ਉਹਨੂੰ ਲੀਗਲ ਦਸਤਾਵੇਜ਼ ਬਣਾਇਆ ਜਾਵੇ। ਮੰਗ ਪਿਛਲੇ 5-7 ਸਾਲ ਤੋਂ ਚੱਲ ਰਹੀ ਆ। ਇਹ ਗੱਲ ਮੈਨੂੰ ਯਾਦ ਆ, ਮੈਂ ਗੁਰਭਜਨ ਗਿੱਲ ਰਾਣਾ ਵੀ 4 ਸਾਲ 5 ਸਾਲ ਪਹਿਲਾਂ ਜਦੋਂ ਇੱਥੇ ਆਏ ਸੀ, ਇਹ ਗੱਲ ਉਠਾਈ ਸੀ ਕਿ ਜਿੰਨਾ ਚਿਰ ਮੈਨੀਫੈਸਟੋ ਪਾਰਟੀਆਂ ਦੇ ਲੀਗਲ ਦਸਤਾਵੇਜ਼ ਨਹੀਂ ਬਣਦੇ,
ਪੋਲੀਟੀਕਲ ਪਾਰਟੀਆਂ ਤੋਂ ਕੋਈ ਵੀ ਉਮੀਦ ਪਾਲਣੀ ਜਿਹੜੀ ਆ ਉਹ ਜਾਇਜ਼ ਨਹੀਂ ਆ। ਇਹਦੇ ਲਈ ਜਿਹੜੀ ਆ ਉਹ ਚਾਰਾਜੋਈ ਲੀਗਲ ਕਰਨ ਵਾਲੇ ਪਾਸੇ ਜਿਹੜੇ ਅੰਦੋਲਨਕਾਰੀ ਨੇ, ਭਾਵੇਂ ਕਿਸਾਨ ਨੇ ਜਾਂ ਹੋਰ ਵੀ ਜਿਹੜੇ ਵੀ ਲੋਕ ਸਰਕਾਰ ਤੋਂ ਦੁਖੀ ਹੋ ਜਾਂਦੇ ਨੇ ਬਾਅਦ ਚ, ਉਹਨਾਂ ਨੂੰ ਇਹ ਲੀਗਲ ਦਸਤਾਵੇਜ਼ ਵਾਲੇ ਪਾਸੇ ਜਿਹੜੀ ਮੰਗ ਆ ਉਹਨੂੰ ਮੁੱਖ ਧੁਰਾ ਬਣਾ ਕੇ ਲੜਾਈ ਵਿੱਢਣੀ ਚਾਹੀਦੀ ਆ। ਬਿਲਕੁਲ ਇਹ ਗੱਲ ਫਿਰ ਪ੍ਰਗਟ ਸਿੰਘ ਉਹਨਾਂ ਨੇ ਕਹੀ ਕਿ ਇਹ ਜਿਹੜੀਆਂ ਗੱਲਾਂ ਕੀਤੀਆਂ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ, ਅਸੀਂ ਤਾਂ ਪਹਿਲੇ ਇਸ ਗੱਲ ਲਈ ਤਿਆਰ ਹੈ। ਇਹ ਪ੍ਰਗਟ ਸਿੰਘ ਨੇ ਕਿਹਾ ਵੀ ਅਸੀਂ ਤਾਂ ਪਹਿਲੇ ਤਿਆਰ ਹੈ, ਕਾਂਗਰਸ ਪਾਰਟੀ ਪਹਿਲੇ ਇਸ ਗੱਲ ਲਈ ਤਿਆਰ ਹੈ। ਤੇ ਨਵਜੋਤ ਸਿੰਘ ਸਿੱਧੂ ਨੇ ਵੀ ਇਹੀ ਗੱਲ ਕਹੀ ਵੀ ਜੋ ਵੀ ਕਿਸਾਨ ਜਥੇਬੰਦੀਆਂ ਕਹਿਣਗੀਆਂ ਅਸੀਂ ਉਹਦਾ ਚੱਲਾਂਗੇ, ਜੇ ਸਿੰਧੂ ਬਾਰਡਰ ਵੀ ਜਾਣਾ ਪਿਆ ਤਾਂ ਅਸੀਂ ਜਾਵਾਂਗੇ। ਕੁਲਜੀਤ ਨਾਕਰੇ ਨੇ ਵੀ ਇਹ ਗੱਲ ਕਹੀ ਕਿ ਸਾਡਾ ਤਾਂ ਜ਼ਰਦਾ ਕਿਸਾਨ ਅੰਦੋਲਨ ਲਈ ਸਫਲ ਹੈ। ਸੋ ਇਹ ਬਿਲਕੁਲ ਕਲੀਅਰ ਕੱਟ ਅਪਰੋਚ ਲਈ ਆ ਉਹਨਾਂ ਨੇ, ਕਾਂਗਰਸ ਨੇ, ਮੁਕਾਬਲਤਨ ਸ਼੍ਰੋਮਣੀ ਅਕਾਲੀ ਦਲ। ਆਮ ਆਦਮੀ ਪਾਰਟੀ ਨੇ ਵੀ ਬਿਲਕੁਲ ਕਲੀਅਰ ਕੱਟ ਏਦਾਂ ਦੀਆਂ ਗੱਲਾਂ ਕੀਤੀਆਂ ਵੀ ਅਸੀਂ ਕਿਸਾਨ ਅੰਦੋਲਨ ਦੇ ਨਾਲ ਹੈ, ਜਿਵੇਂ ਨਿਰਦੇਸ਼ ਹੋਣਗੇ ਉਹ ਠੀਕ ਹੈ, ਉਹ ਅਸੀਂ ਲਾਗੂ ਕਰਾਂਗੇ। ਪਰ ਇਹ ਧਿਆਨ ਰੱਖਿਆ ਜਾਏ ਕਿ ਪੰਜਾਬ ਦੇ ਵਿੱਚ ਕਿਤੇ ਉਹੀ 1990 ਦਾ ਦੌਰ ਨਾ ਮੁੜ ਆਵੇ। ਉਹਨਾਂ ਨੇ ਅੱਛਾ ਥੋੜਾ ਜਿਹਾ ਪ੍ਰਗਟ ਕੀਤਾ ਰਾਜਨੀਤੀ ਰਾਜ ਦਾ। ਅਮਨ ਅਰੋੜਾ ਤੇ ਗੁਰਦਾਰ ਸਦਵਾ ਸੀਗੇ ਉਹਨਾਂ ਵੱਲੋਂ, ਤੇ ਪਰ ਅਕਾਲੀਆਂ ਨੇ ਬਿਲਕੁਲ ਉਲਟ ਸਟੈਂਡ ਲਿਆ। ਉਹ ਇਸ ਗੱਲ ਤੇ ਜ਼ੋਰ ਦਿੰਦੇ ਰਹੇ ਵੀ ਹਾਂ ਵੀ ਜੇ ਪੋਲੀਟੀਕਲ ਪਾਰਟੀਆਂ ਨਹੀਂ ਜਾਣਗੀਆਂ ਲੋਕਾਂ 'ਚ ਤਾਂ ਉਹ ਜਿਉਂਦੀਆਂ ਕਿੱਦਾਂ ਰਹਿਣਗੀਆਂ। ਇਹ ਉਹਨਾਂ ਦਾ ਬਿਲਕੁਲ ਵੱਖਰਾ ਸਟੈਂਡ ਹੈ। ਤੇ ਪਰ ਜੇ ਏਦਾਂ ਸਟੈਂਡ ਲੈ ਕੇ ਇਹਨੂੰ ਪ੍ਰੈਕਟੀਕਲ 'ਚ ਏਦਾਂ ਕਰਨਾ ਚਾਹਣਗੇ ਤੇ ਜਿਹੜੀ ਮੈਂ ਗੱਲ ਕਹਿ ਰਿਹਾ ਸੀ ਉਹਦੀ ਕੰਟੀਨਿਊਟੀ ਏਦਾਂ ਬਣਦੀ ਹੈ ਫਿਰ ਇਹ ਐਕਸਪੋਜ਼ ਹੋ ਜਾਣਗੇ ਬਹੁਤ ਬੁਰੀ ਤਰ੍ਹਾਂ। ਪਰ ਕਿਸਾਨ ਸਾਹਿਬ ਲੋਕ ਜਿਹੜਿਆਂ ਚੋਂ ਜਾਣਾ ਚਾਹੁੰਦੇ ਆ, ਲੋਕ ਤੇ ਸੜਕਾਂ ਤੇ ਬੈਠੇ ਅੰਦੋਲਨ ਕਰ ਰਹੇ ਆ, ਜਾਣ ਉਹਨਾਂ ਵਿੱਚ ਜਾ ਕੇ ਆਪਣੀ ਸਿਰਦਰਤਾ ਪ੍ਰਗਟ ਕਰਨ, ਉੱਥੇ ਦੱਸਣ ਕਿ ਅਸੀਂ ਤੁਹਾਡੇ ਨਾਲ ਖੜੇ ਆ। ਜ਼ਰੂਰੀ ਤਾਂ ਨਹੀਂ ਵੀ ਉਹਨਾਂ ਸਟੇਜ ਦੇ ਉੱਤੇ ਉਹਨਾਂ ਨੂੰ ਸਪੀਕਰ 'ਚ ਬੋਲ ਕੇ ਹੀ ਜਿਹੜੀ ਆਪਣੀ ਗੱਲ ਕਹਿ ਸਕਦੇ ਆ। ਲੋਕਾਂ ਦੇ ਵਿੱਚ ਜਾਣ, ਲੀਡਰਸ਼ਿਪ ਉਹਨਾਂ ਦੀ ਜਾਵੇ, ਉਹਨਾਂ ਦੇ ਵਰਕਰ ਜਾਣ, ਉੱਥੇ ਕਿਸਾਨ ਜਿੱਥੇ ਬੈਠੇ ਉਹਨਾਂ ਦੇ ਨਾਲ ਜਾ ਕੇ ਬੈਠਣ, ਪਤਾ ਲੱਗੇ ਉਹਨਾਂ ਨੂੰ ਵੀ ਲੋਕਾਂ 'ਚ ਜਾਈਦਾ ਕਿੱਦਾਂ ਆ। ਮਤਲਬ ਇਸ ਤਰੀਕੇ ਨਾਲ ਕਰਨਾ, ਕੱਲਾ ਗੱਲਾਂ ਕਰਨ ਨਾਲ ਤੇ ਨਹੀਂ ਨਾ ਗੱਲ ਹੁੰਦੀ ਕਿ ਅਸੀਂ ਲੋਕਾਂ 'ਚ ਨਹੀਂ ਜਾਵਾਂਗੇ ਤੇ ਅਸੀਂ ਕਿੱਦਾਂ ਜੀਂਦੇ ਰਹਾਂਗੇ। ਜੀਂਦੇ ਰਹਿਣਾ ਤੇ ਉਹਨਾਂ ਲੋਕਾਂ 'ਚ ਜਾਣ ਜਿਹੜੇ ਲੋਕ ਅੰਦੋਲਨ ਕਰ ਰਹੇ, ਜਿਹੜੇ ਲੋਕ ਆਪਣੀ ਹੱਕੀ ਮੰਗਾਂ ਲਈ ਖੜੇ ਆ, ਉਹਨਾਂ ਲੋਕਾਂ ਲਈ ਜਾਣ ਨਾ। ਹੋਰ ਲੋਕ ਕਿਹੜੇ ਨੇ ਜਿਨ੍ਹਾਂ ਜਾਣਾ ਚਾਹੁੰਦੇ ਆ? ਉਹ ਅਸਲ 'ਚ ਉਹੀ ਹੈ ਨਾ ਵੀ ਜਿਹੜੀ ਸਹਿਜਤਾ ਬਣ ਗਈ, ਜਿਹੜੀ ਇਕਜੁੱਟਤਾ ਬਣ ਗਈ, ਪੰਜਾਬੀ ਇਕੱਠੇ ਹੋ ਗਏ, ਇਹੀ ਤਾਂ ਤਕਲੀਫ ਦੇ ਰਹੀ ਹੈ ਨਾ ਉਹਨਾਂ ਨੂੰ। ਉਹ ਇਸ ਢੰਗ ਨਾਲ ਜਾਣਾ ਚਾਹੁੰਦੇ ਆ ਕਿ ਜਿੱਦਾਂ ਪਹਿਲਾਂ ਵੰਡੀਆਂ ਪਈਆਂ ਹੋਈਆਂ ਸੀ ਪਿੰਡਾਂ ਦੇ ਵਿੱਚ, ਉਹ ਵੰਡੀਆਂ ਫੇਰ ਤੋਂ ਤਿੱਖੀਆਂ ਹੋ ਜਾਣ ਤੇ ਉਹ ਤਿੱਖੀਆਂ ਹੋ ਸਕਦੀਆਂ ਜੇ ਇੱਦਾਂ ਦੀਆਂ ਕਾਰਵਾਈਆਂ ਕਰਨ। ਮੈਨੂੰ ਦੱਸਦਾ ਕਿ ਮਤਲਬ ਇਸ ਅੰਦੋਲਨ ਦੀ ਜਿਹੜੀ ਸਭ ਤੋਂ ਬਾਕੀ ਜਿਹੜੀਆਂ ਇਸ ਅੰਦੋਲਨ ਦੀਆਂ ਪ੍ਰਾਪਤੀਆਂ ਆ, ਜਿੱਤਾਂ ਆ, ਇੱਥੇ ਅਸੀਂ ਅਕਸਰ ਚਰਚਾ ਕਰਦੇ ਰਹੇ ਹਾਂ। ਕਿਸਾਨ ਅੰਦੋਲਨ ਨੇ ਹਿਸਟੋਰੀਕਲੀ ਜਿਹੜੀਆਂ ਜਿਹੜੀਆਂ ਇੱਦਾਂ ਦੀਆਂ ਮਤਲਬ ਇੱਦਾਂ ਦੇ ਮਰਹਲੇ ਜਿਹੜੇ ਆ ਲਿਆਂਦੇ ਆ ਜਾਂ ਹਾਸਲ ਕੀਤੀ ਜਿਹੜੀਆਂ ਬਹੁਤ ਸਾਰੀਆਂ ਚੀਜ਼ਾਂ, ਉੱਥੇ ਅਸੀਂ ਅਕਸਰ ਚਰਚਾ ਕੀਤੀ। ਪਰ ਜਿਹੜੀ ਸਭ ਤੋਂ ਵੱਡੀ ਮੈਨੂੰ ਲੱਗਦਾ ਕਿਸਾਨ ਅੰਦੋਲਨ ਦੀ ਪ੍ਰਾਪਤੀ ਹੈ ਨਾ, ਉਹ ਸਭ ਤੋਂ ਵੱਡੀ ਪ੍ਰਾਪਤੀ ਹੈਗੀ ਆ ਪੰਜਾਬੀਆਂ ਦੀ ਏਕਤਾ, ਪੰਜਾਬੀ ਭਾਈਚਾਰੇ ਦੀ ਏਕਤਾ, ਪਿੰਡਾਂ ਦੇ ਵਿੱਚ ਧੜੇਬੰਦੀਆਂ ਦਾ ਖਤਮ ਹੋਣਾ। ਕਿਸਾਨ ਅੰਦੋਲਨ ਨੇ ਇਹ ਕੰਮ ਕੀਤਾ। ਇਹੀ ਸਭ ਤੋਂ ਵੱਡੀ ਮੁਸੀਬਤ ਹੈ ਸ਼੍ਰੋਮਣੀ ਅਕਾਲੀ ਦਲ ਲਈ ਜਾਂ ਬਾਕੀ ਸਿਆਸੀ ਪਾਰਟੀਆਂ ਲਈ। ਇਹ ਪੰਜਾਬੀ ਇਕੱਠੇ ਕਿਉਂ ਹੋ ਗਏ? ਤੇ ਜੇ ਇਹ ਮਤਲਬ ਸਮੇਂ ਤੋਂ ਪਹਿਲਾਂ ਹੁਣ ਆਪਣਾ ਪ੍ਰੋਗਰਾਮ ਲੈ ਕੇ ਪਿੰਡਾਂ ਦੇ ਵਿੱਚ ਜਾਣਗੇ ਤੇ ਉਹ ਧੜੇਬੰਦੀਆਂ ਫੇਰ ਤੋਂ ਜਿਉਂਦੀਆਂ ਕਰਨਗੇ ਤੇ ਜਿਹੜਾ ਫੋਕਸ ਹੈ ਲੋਕਾਂ ਦਾ ਕਿਸਾਨ ਅੰਦੋਲਨ ਵੱਲ ਉਹ ਖਿੰਡ ਜਾਏਗਾ। ਇਹੀ ਡਰ ਜਿਹੜਾ ਆ ਕਿਸਾਨ ਜਥੇਬੰਦੀ ਦੇ ਆਗੂਆਂ ਨੇ ਪ੍ਰਗਟ ਵੀ ਕੀਤਾ। ਮੈਨੂੰ ਯਾਦ ਹੈ ਕਿ ਜਦੋਂ ਇਹ ਅੰਦੋਲਨ ਸ਼ੁਰੂ ਹੋਇਆ 26 ਨਵੰਬਰ ਨੂੰ ਦਿੱਲੀ ਵੱਲ ਨੂੰ ਵਧਿਆ ਤੇ ਬਹੁਤ ਚੜ੍ਹਤ ਜਦੋਂ ਸੀਗੀ ਸਿੰਧੂ ਬਾਰਡਰ ਦੇ ਉੱਤੇ, ਟਿੱਕਰੀ ਬਾਰਡਰ ਤੇ ਮੌਸਮ ਵੀ ਬਹੁਤ ਸਹਾਈ ਸੀ, ਸਰਦੀਆਂ ਦਾ ਮੌਸਮ ਸੀ ਤੇ ਹਰ ਸ਼ਨੀਵਾਰ ਤੇ ਐਤਵਾਰ ਮੇਲੇ ਵਰਗਾ ਮਾਹੌਲ ਸੀ। ਲੋਕ ਮੇਲਾ ਵੀ ਕਹਿਣ ਲੱਗ ਪਏ ਸੀ। ਜਿੱਥੇ ਵੀ ਇੱਕ ਵੱਖਰੀ ਚਰਚਾ ਵੀ ਹੋਈ। ਸੁਰਜੀਤ ਪਾਤਰ ਨੇ ਕਵਿਤਾ ਲਿਖੀ ਮੇਲਾ, ਉਹਦੀ ਬੜੀ ਨੁਕਤਾਚੀਨੀ ਹੋਈ ਕਿ ਮੇਲਾ ਥੋੜ੍ਹਾ ਜੀ ਇੱਥੇ ਲੋਕ ਲੜਨ ਮੜਨ ਦੇ ਆਏ ਆ, ਤੁਸੀਂ ਇਹਨੂੰ ਮੇਲਾ ਕਹੀ ਜਾਂਦੇ ਆ। ਚਲੋ ਇਹ ਵੱਖਰਾ ਵਿਸ਼ਾ, ਪਰ ਉਸ ਚੜ੍ਹਤ ਦੇ ਮਤਲਬ ਉਹ ਜਿਹੜਾ ਦਿਨ ਸੀਗੇ ਹੁਣ ਫੇਰ ਆਉਣੇ ਦਿਨ ਉਹ ਮੌਸਮ ਬਦਲ ਰਿਹਾ। ਭਾਵੇਂ ਮੇਰੀ ਕੁਲਵੰਤ ਸਿੰਘ ਸੰਧੂ ਨਾਲ ਕੱਲ੍ਹ ਗੱਲ ਹੋਈ, ਉਹਨਾਂ ਨੇ ਮੈਨੂੰ ਇਹ ਗੱਲ ਕਿ ਮੈਂ ਉਹਨੂੰ ਪੁੱਛਿਆ ਵੀ ਤੁਸੀਂ ਵੱਖ-ਵੱਖ ਥਾਂ ਦੇ ਮੋਰਚੇ ਆ, ਕੋਈ ਕਰਨਾਲ ਮੋਰਚਾ, ਕੋਈ ਪੰਜਾਬ 'ਚ ਕਿਤੇ ਤੁਸੀਂ ਰੱਖ ਕੇ ਬੈਠੇ ਆ, ਕੋਈ ਰਾਜਸਥਾਨ 'ਚ ਪੰਚਾਇਤ ਹੋ ਰਹੀ ਆ, ਯੂਪੀ 'ਚ ਹੋ ਰਹੀ ਆ, ਵੀ ਇੰਨੇ ਫਰੰਟ ਖੋਲ ਲਈ ਬੈਠੇ ਹੋ ਤੇ ਫਿਰ ਕਿੱਦਾਂ ਕੰਮ ਚੱਲੂ? ਤੇ ਉਹ ਕਹਿੰਦੇ ਵੀ ਹੁਣ ਜਿਹੜਾ ਸਿੰਧੂ ਬਾਰਡਰ ਹੈ ਨਾ, ਉਹ ਅਸਲ ਦੇ ਵਿੱਚ ਫੈਸਲਾ ਕੁੰਨ
ਕੇਂਦਰ ਬਣਿਆ ਹੋਇਆ, ਉਹ ਡਿਸਾਈਡ ਕਰਦਾ ਆ, ਉਹ ਹੁਣ ਸ਼ਕਤੀ ਪ੍ਰਦਰਸ਼ਨ ਦਾ ਥਾਂ ਨਹੀਂ ਹੈਗਾ। ਤੇ ਇਸ ਕਰਕੇ ਵੱਖ-ਵੱਖ ਥਾਵਾਂ ਦੇ ਉੱਤੇ ਜਿਹੜੇ ਅੰਦੋਲਨ ਚੱਲ ਰਹੇ ਆ, ਉਹਨਾਂ ਦੀ ਇੱਕ ਪੂਰੀ ਦੀ ਪੂਰੀ ਅਸੀਂ ਰੂਪਰੇਖਾ ਏਦਾਂ ਬਣਾਈ ਹੋਈ ਆ ਵੀ ਕਿੱਥੇ ਕਿੰਨੀ ਕੁ ਸ਼ਕਤੀ ਚਾਹੀਦੀ ਹੈ। ਜਿੱਦਾਂ ਕਰਨਾਲ ਵਾਲੇ ਉਹਨਾਂ ਨੇ ਦੱਸਿਆ ਵੀ 50,000 ਤੋਂ ਜ਼ਿਆਦਾ ਇਕੱਠ ਉੱਥੇ ਨਹੀਂ ਰੱਖਣਾ, 50,000 ਰਹੇਗਾ, ਉਹ ਵੀ ਸਥਾਨਕ ਲੋਕ ਜ਼ਿਆਦਾ ਹੋਣਗੇ। ਤੇ ਜਿਹੜਾ ਸਿੰਘੂ ਬਾਰਡਰ ਟਿੱਬੀ ਬਾਰਡਰ ਹੈ, ਉੱਥੇ ਇੱਕ ਬਣਦੀ ਫੱਬਦੀ ਜਿੰਨੀ ਕੁ ਲੋੜ ਆ ਉਨੀ ਕੀ ਸ਼ਕਤੀ ਰੱਖੀ ਜਾਏਗੀ। ਤੇ ਪਰ ਮੈਂ ਜਿਹੜੀ ਗੱਲ ਦੱਸਣ ਲੱਗਾ ਸੀ ਉਹਨਾਂ ਦਿਨਾਂ ਦੀ, ਤਾਂ ਤਨਵੀਰ ਸਾਡਾ ਇੱਕ ਬਹੁਤ ਵਧੀਆ ਪੋਇਟ ਹੈ ਜੀ, ਪੰਜਾਬੀ ਦਾ, ਮਾਨਸੇ ਤੋਂ, ਤੇ ਉਹਨੇ ਇੱਕ ਸੱਚੀ ਘਟਨਾ ਲਿਖੀ ਫੇਸਬੁੱਕ ਦੇ ਉੱਤੇ। ਉਹਨੇ ਕਿਹਾ ਵੀ ਮੇਰੇ ਪਿੰਡ ਦੇ ਦੋ ਜਿਹੜੇ ਆ ਪਿਛਲੇ ਕਈ ਸਾਲਾਂ ਤੋਂ ਮੁਕੱਦਮੇਬਾਜ਼ੀ ਚੁਲਦੇ ਹੋਏ ਸੀ, ਜ਼ਮੀਨ ਦਾ ਮੁਕੱਦਮਾ ਹੈ। ਤੇ ਪਰ ਜਦੋਂ ਅੰਦੋਲਨ ਸ਼ੁਰੂ ਹੋਇਆ ਤੇ ਦੋਨੋਂ ਹੀ ਅੰਦੋਲਨ ਜੋ ਚਲੇ ਗਏ ਸਿੰਘੂ ਬਾਰਡਰ, ਤੇ ਉੱਥੇ ਇੱਕੋ ਕੈਂਪ 'ਚ ਰਹਿੰਦੇ ਸੀ, ਇੱਕੋ ਇਕੱਠੇ ਬਹਿੰਦੇ ਸੀ, ਭਰਾ ਸੀ। ਚਲੋ 20 ਸਾਲ ਤੋਂ ਲੜਦੇ ਆ, ਉਹ ਵੱਖਰੀ ਗੱਲ ਹੈ, ਜ਼ਮੀਨ ਦਾ ਕੇਸ ਸੀ। ਤੇ ਉਹ ਰੋਜ਼ ਇਕੱਠਿਆਂ ਨੇ ਖਾਣਾ ਪੀਣਾ, ਇਕੱਠਿਆਂ ਨੇ ਗੱਲਾਂ ਕਰਨੀਆਂ। ਮਾਹੌਲ ਦੇਖਿਆ ਸਿੰਘੂ ਬਾਰਡਰ ਦਾ, ਵੀ ਇੱਦਾਂ ਦਾ ਮਾਹੌਲ ਤਾਂ ਦੇਖਿਆ ਹੀ ਨਹੀਂ ਸੀ ਕਦੀ, ਵੀ ਇੰਨਾ ਲੋਕਾਂ 'ਚ ਉਤਸ਼ਾਹ, ਕਾਨੂੰਨਾਂ ਦੇ ਖਿਲਾਫ ਇੱਕ ਜਜ਼ਬਾ। ਤੇ 15 ਕੁ ਦਿਨ ਇਕੱਠੇ ਰਹੇ ਉੱਥੇ। ਤੇ ਇੱਕ ਦਿਨ ਸ਼ਾਮ ਨੂੰ ਇਕੱਠੇ ਬੈਠੇ ਰੋਟੀ ਖਾਂਦੇ ਖਾਂਦੇ ਤੇ ਛੋਟਾ ਭਰਾ ਕਹਿਣ ਲੱਗਾ ਵੱਡੇ ਨੂੰ ਵੀ ਵੀਰਾ ਜੀ, ਆਪਾਂ ਅੰਦੋਲਨ ਤਾਂ ਇਹ ਜਿੱਤ ਲੈਣਾ, ਅੰਦੋਲਨ ਤਾਂ ਆਪਾਂ ਇਹ ਜਿੱਤ ਲੈਣਾ, ਇਹ ਦੀਦਾ ਹੀ ਆ। ਪਰ ਜਿੱਦਣ ਆਪਾਂ ਪਿੰਡ ਜਾਵਾਂਗੇ ਨਾ ਅੰਦੋਲਨ ਜਿੱਤ ਕੇ, ਤੇ ਜਾਂਦੇ ਹੀ ਵੀਰਾ ਜੀ ਮੈਂ ਇੱਕ ਕੰਮ ਕਰਨਾ। ਉਹ ਕਹਿੰਦਾ ਕੀ ਕਰਨਾ? ਕਹਿੰਦਾ ਜਾਂਦੇ ਮੈਂ ਮੁਕੱਦਮਾ ਵਾਪਸ ਲੈ ਲੈਣਾ। ਵੀ ਆਪਾਂ ਨਿੱਕੀ ਜਿਹੀ ਲੜਾਈ ਲੜੀ ਜਾਂਦੀ, ਐਡੀ ਵੱਡੀ ਲੜਾਈ ਆਪਾਂ ਜਿੱਤ ਕੇ ਜਾਵਾਂਗੇ, ਆਪਾਂ ਐਵੇਂ ਵੱਟ ਲਈ ਲੜੀ ਜਾਂਦੇ ਆ। ਮੈਂ ਜਾਂਦੇ ਕੇਸ ਵਾਪਸ ਲੈ, ਜੱਫੀ ਪਾ ਲਈ ਦੋਵਾਂ ਭਰਾਵਾਂ ਨੇ। ਤੋਂ ਮੇਰੇ ਕਹਿਣ ਦਾ ਮਤਲਬ ਇਹ ਜਿਹੜੀ ਏਕਤਾ ਪੈਦਾ ਕੀਤੀ, ਧੜੇਬੰਦੀਆਂ ਖਤਮ ਕੀਤੀਆਂ ਇਸ ਅੰਦੋਲਨ ਨੇ, ਉਹ ਧੜੇਬੰਦੀਆਂ ਜਿਉਂਦੀਆਂ ਕਰਨਾ ਚਾਹੁੰਦੇ ਆ ਇਹ ਸਿਆਸਤਦਾਨ, ਕਿਉਂਕਿ ਧੜੇਬੰਦੀਆਂ ਜਿਉਂਦੀਆਂ ਕਰਕੇ ਹੀ ਇਹਨਾਂ ਦੇ ਵੋਟਾਂ ਦੇ ਜਿਹੜੇ ਝੋਲੇ ਭਰਦੇ ਆ। ਤੇ ਇਹ ਗੱਲ ਪਛਾਣ ਲਈ ਆ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੂੰ। ਇਸੇ ਕਰਕੇ ਉਹਨਾਂ ਨੇ ਇਹ ਵੱਖ-ਵੱਖ ਸਿਆਸੀ ਪਾਰਟੀਆਂ ਨੂੰ ਹਾਲ ਕੀਤਾ ਮੀਟਿੰਗ ਲਈ। ਤੇ ਪਰ ਸ਼੍ਰੋਮਣੀ ਅਕਾਲੀ ਦਲ ਦੀ ਮੁਸੀਬਤ ਹੈ ਵੀ ਉਹ ਹੁਣ ਕਰੇਗੀ, ਇੱਕ ਪਾਸੇ ਭਾਰਤੀ ਜਨਤਾ ਪਾਰਟੀ ਨਾਲ ਵਫਾਦਾਰੀ ਨਿਭਾਉਣੀ ਆ, ਦੂਜੇ ਪਾਸੇ ਦਿਖਾਵਾ ਕਰਨਾ ਵੀ ਅਸੀਂ ਤਾਂ ਕਿਸਾਨਾਂ ਦੇ ਨਾਲ ਹੈ। ਇਹ ਦੋ ਪੈਰਲਲ ਗੱਲਾਂ ਨਹੀਂ ਚੱਲ ਸਕਦੀਆਂ, ਐਕਸਪੋਜ਼ ਹੋ ਜਾਣਗੇ। ਪਹਿਲੇ ਐਕਸਪੋਜ਼ ਹੋ ਗਏ ਨੇ, ਤੇ ਜੇ ਉਹਨਾਂ ਨੇ ਕੁਝ ਇਸ ਤਰ੍ਹਾਂ ਦਾ ਕੀਤਾ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਬੁਰੀ ਤਰ੍ਹਾਂ। ਬਿਲਕੁਲ। ਅੱਛਾ, ਜਿਹੜੀਆਂ ਦੋ ਤਿੰਨ ਗੱਲਾਂ ਉੱਥੇ ਹੋਰ ਵਧੀਆ ਹੋਈਆਂ ਨੇ, ਇਹ ਆਪਾਂ ਉਹ ਤੇ ਲੀਗਲ ਦਸਤਾਵੇਜ਼ ਵਾਲੀ ਗੱਲ ਤੇ ਕਰ ਚੁੱਕੇ ਆ। ਇੱਕ ਤਜਵੀਜ਼ ਕਿਸਾਨ ਜਥੇਬੰਦੀਆਂ ਵੱਲੋਂ ਇਹ ਵੀ ਆਈ ਸੀਗੀ ਕਿ ਜਿਹੜੇ ਵੀ ਵਾਅਦੇ ਪੋਲੀਟੀਕਲ ਪਾਰਟੀਆਂ ਕਰਕੇ ਆਉਂਦੀਆਂ ਨੇ, ਉਹਦੀ ਜਿਹੜੀ ਇੱਕ ਸੂਚੀ ਬਣਾ ਲਈ ਜਾਵੇ ਕਿ ਕਿਹੜੀ ਚੀਜ਼ ਪ੍ਰਾਇੋਰਟੀ ਤੇ ਪਹਿਲਾਂ ਕਰਨ ਵਾਲੀ, ਕਿਹੜੀ ਮਗਰੋਂ ਕਰਨ ਵਾਲੀ, ਤੇ ਉਹਦਾ ਕੈਲੰਡਰ ਬਣਾਇਆ ਜਾਵੇ ਕਿ ਇਹ ਵਾਅਦਾ। ਜਿੱਦਾਂ ਹੁਣ ਆਪਾਂ ਸਮਝਦੇ ਹਾਂ ਕਿ ਸਿਆਸੀ ਲੋਕ ਝੂਠ ਬੋਲਣ ਦੇ ਬਹੁਤ ਮਾਹਰ ਨੇ, ਉੱਪਰਲੀ ਲੀਡਰਸ਼ਿਪ ਤੋਂ ਲੈ ਕੇ ਮੋਦੀ ਸਾਹਿਬ ਤੋਂ ਲੈ ਕੇ ਥੱਲੇ ਮੁੱਖ ਮੰਤਰੀ ਕੀ ਪਿੰਡ ਦੇ ਸਰਪੰਚਾਂ ਤੱਕ ਇੱਕੋ ਹੀ ਸਾਰਾ ਤਰ੍ਹਾਂ ਦਾ ਉਲਝਿਆ ਹੋਇਆ ਸਿਸਟਮ ਹੈ। ਜਿੱਦਾਂ ਕੈਪਟਨ ਸਾਹਿਬ ਕਹੀ ਜਾਂਦੇ 86% ਪੂਰੇ ਹੋ ਗਏ ਤੇ 87% ਹੋ ਗਏ ਤੇ ਇੰਨੇ % ਰਹਿ ਗਏ, ਤੇ ਉਹਨਾਂ ਨੂੰ ਕੋਈ ਪੁੱਛੇ ਵੀ ਕਿੱਦਾਂ ਹੋ ਗਏ, ਉਹਨਾਂ ਕੋਲ ਉਹਦਾ ਕੋਈ ਜਵਾਬ ਨਹੀਂ ਆ। ਇੱਕ ਇਹ ਵੀ ਤਜਵੀਜ਼ ਆਈ ਕਿ ਇੱਕ ਕੈਲੰਡਰ ਬਣਾਇਆ ਜਾਵੇ ਕਿ ਜਿਹੜੇ ਵਾਅਦੇ ਕੀਤੇ ਆ ਉਹ ਕਿਹੜੇ ਪੀਰੀਅਡ 'ਚ ਕਿਹੜਾ ਪ੍ਰਾਇੋਰਟੀ ਤੇ ਹੋਏਗਾ, ਕਿਹੜਾ ਸੈਕੰਡ ਪ੍ਰਾਇੋਰਟੀ ਹੋਏਗਾ, ਕਿਹੜਾ ਥਰਡ ਪ੍ਰਾਇੋਰਟੀ ਹੋਏਗਾ, ਔਰ ਉਹ ਕੈਲੰਡਰ ਦੇ ਮੁਤਾਬਕ ਕਿੰਨੇ ਚਿਰ ਦੇ ਵਿੱਚ ਤੈਅ ਕੀਤਾ ਜਾਏਗਾ। ਉਹਦੇ ਲਈ ਬੜੇ ਬਹਾਨੇ ਹੁੰਦੇ ਆ ਨਾ ਕੋਲ ਜੀ, ਕੋਰਟਾਂ 'ਚ ਚੱਲ ਗਿਆ ਜੀ, ਅਸੀਂ ਕਰ ਨਹੀਂ ਸਕਦੇ, ਉਹ ਨਹੀਂ ਕਰ ਸਕਦੇ। ਉਹ ਕੈਲੰਡਰ ਵਾਲੀ ਤਜਵੀਜ਼ ਨੂੰ ਤੁਸੀਂ ਕਿੱਦਾਂ ਵੇਖਦੇ ਹੋ? ਬਿਲਕੁਲ ਠੀਕ ਹੈ। ਕੱਲ ਮੇਰੀ ਜਿਹੜਾ ਮੈਂ ਜ਼ਿਕਰ ਕੀਤਾ ਕਿ ਕੱਲ ਮੈਂ ਕੌਂਸਲ ਸੰਧੂ ਖੁਰਾਨਾ ਦੀ ਗੱਲ ਕੀਤੀ ਸੀ, ਮੀਟਿੰਗ 'ਚੋਂ ਆ ਰਹੇ ਸੀ ਤੇ ਸਿੰਘੂ ਬਾਰਡਰ ਤੋਂ ਤੇ ਰਸਤੇ ਸੀਗੇ ਤੇ ਕੋਰਟ 'ਤੇ ਗੱਲ ਹੋਈ ਸੀ। ਉਹਨਾਂ ਨਾਲ ਇਹ ਗੱਲਾਂ ਹੋਈਆਂ ਸੀ ਤੇ ਉਹ ਕਹਿ ਰਹੇ ਸੀ ਵੀ ਇੱਕ ਤਾਂ ਲੀਗਲ ਡਾਕੂਮੈਂਟ ਵਾਲੀ ਗੱਲ ਸੀ। ਇਹ ਦੋਨੋਂ ਗੱਲਾਂ ਉਹਨਾਂ ਨੇ ਦੱਸੀਆਂ ਸੀ ਮੈਨੂੰ ਵੀ ਅਸੀਂ ਇਹਨਾਂ ਨੂੰ ਪੁੱਛਣਾ ਆ ਪੋਲੀਟੀਕਲ ਪਾਰਟੀਆਂ ਨੂੰ ਵੀ ਤੁਹਾਡਾ ਵਿਜ਼ਨ ਕੀ ਆ ਪੰਜਾਬ ਬਾਰੇ, ਤਾਂ ਇਹ ਸਪਸ਼ਟ ਕਰੋ ਵੀ ਦੂਜਾ ਜਿਹੜਾ ਆ ਜਿਹੜੀ ਲੀਗਲ ਡਾਕੂਮੈਂਟ ਕਿਉਂ ਨਹੀਂ ਬਣਦਾ, ਵੀ ਤੁਹਾਡਾ ਜਿਹੜਾ ਇਲੈਕਸ਼ਨ ਮੈਨੀਫੈਸਟੋ ਉਹਨੂੰ ਲੀਗਲ ਡਾਕੂਮੈਂਟ ਦੇ ਤੌਰ ਤੇ ਕੰਸੀਡਰ ਕਰੋ। ਤੇ ਇਹ ਗੱਲ ਉਹਨਾਂ ਨੇ ਪੂਰੀ ਠੋਕ ਜਾ ਕੇ ਕਹੀ ਵੀ। ਤੀਜੀ ਗੱਲ ਉਹਨਾਂ ਨੇ ਕਹੀ ਸੀ ਵੀ ਜਿਹੜੇ ਤੁਹਾਡੇ ਵਾਅਦੇ ਆ ਉਹ ਡੇ 1 ਤੋਂ ਤੁਹਾਨੂੰ ਲਾਗੂ ਕਰਨਾ ਪਏਗਾ। ਮਤਲਬ ਇਹ ਨਹੀਂ ਹੈ ਕਿ ਤੁਸੀਂ ਇਲੈਕਸ਼ਨ ਈਅਰ ਦੇ ਵਿੱਚ ਆ ਗਏ ਜੀ, ਲਓ ਜੀ ਉੱਥੇ ਬੜਾ ਪੈ ਗਿਆ, ਸਾਰੇ ਵਰਗ ਬੇਚੈਨ ਆ, ਹਰ ਵਰਗ ਜਿਹੜਾ ਸੜਕਾਂ ਤੇ ਦਿਖਾਈ ਦੇ ਰਿਹਾ, ਉਦੋਂ ਤੁਸੀਂ ਇੰਪਲੀਮੈਂਟ ਕਰਦੇ ਹੋ ਇੱਕ ਦੋ ਚਾਰ ਚੀਜ਼ਾਂ, 100 ਵਾਅਦੇ ਉਹ 'ਚੋਂ 5-4 ਚੀਜ਼ਾਂ ਜਿਹੜੀਆਂ ਲਾਗੂ ਕਰਕੇ ਤੁਸੀਂ ਉਹ ਮੰਨ ਕੇ ਲਓ ਜੀ ਅਸੀਂ ਤਾਂ ਕਰਤਾ ਸਾਰਾ ਕੁਝ।
ਡੇ 1 ਤੋਂ ਜੋ ਤੁਸੀਂ ਵਾਅਦੇ ਕੀਤੇ ਆ ਪਹਿਲੇ ਦਿਨ ਤੋਂ ਤੁਹਾਨੂੰ ਜਿਹੜਾ ਆ ਉਹ ਲਾਗੂ ਕਰਨ ਵੱਲ ਵਧਣਾ ਪਏਗਾ। ਉਹ ਕੈਲੰਡਰ ਦੀ ਗੱਲ ਤੁਸੀਂ ਕਹਿ ਰਹੇ ਹੋ, ਉਹਦੇ ਮੁਤਾਬਕ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਕਰਨੀਆਂ ਪੈਣਗੀਆਂ। ਤੇ ਇਹ ਜਿਸ ਢੰਗ ਦਾ ਦਬਾਅ ਬਣਿਆ ਨਾ ਜੀ ਹਰਦੀਪ ਗਿੱਲ ਦੀ, ਤੇ ਘੱਟੋ ਘੱਟ ਮੈਨੂੰ ਲੱਗਦਾ ਹੈ ਕਿ ਕੋਈ ਵੀ ਸਿਆਸੀ ਧਿਰ ਜਿਹੜੀ ਆ ਹੁਣ ਇਹਦੇ ਤੋਂ ਮਤਲਬ ਬਾਹਰ ਨਹੀਂ ਜਾ ਸਕਦੀ। ਉਹਨਾਂ ਨੂੰ ਇਹ ਸਾਰਾ ਕੁਝ ਕਰਨਾ ਪਏਗਾ। ਚੀਜ਼ਾਂ ਬਦਲ ਗਈਆਂ ਨੇ। ਇਹ ਨਹੀਂ ਆ ਕਿ ਜਿਹੜੀ ਬਾਕੀ ਦੁਨੀਆ 'ਚ ਅਸੀਂ ਦੇਖ ਰਹੇ ਹਾਂ, ਤੁਹਾਡੇ ਆਪਣੇ ਇੱਥੇ ਇਲੈਕਸ਼ਨ ਹੈ, ਤੁਹਾਡੀ ਆਪਣੀ ਇਲੈਕਸ਼ਨ ਦੇ ਵਿੱਚ ਕੰਜ਼ਰਵੇਟਿਵ ਪਾਰਟੀ ਵਰਗੀ ਪਾਰਟੀ ਜਿਹੜੀ ਆ ਪਪੂਲਰ ਕਿਸਮ ਦੇ ਸਲੋਗਨ ਲੈ ਕੇ ਆ ਰਹੀ ਹੈ। ਲੱਗਦਾ ਹੀ ਨਹੀਂ ਵੀ ਇਹ ਕੰਜ਼ਰਵੇਟਿਵ ਪਾਰਟੀ ਹੈ। ਬਿਲਕੁਲ ਸਾਰੀ ਦੁਨੀਆ 'ਚ ਟ੍ਰੈਂਡ ਚੱਲ ਰਿਹਾ ਹੈ ਤੇ ਅਸੀਂ ਜਿਹੜਾ ਇੱਥੇ ਕਰ ਰਹੇ ਹਾਂ, ਦੇਖ ਰਹੇ ਹਾਂ, ਤੇ ਇੱਥੇ ਕਾਫੀ ਲੰਮੇ ਸਮੇਂ ਤੋਂ ਤੇ ਉਹਦੇ ਮਾਸਟਰ ਜਿਹੜੇ ਆ ਸਾਡੇ ਪਪੂਲਰ ਪੋਲਿਟਿਕਸ ਦੇ ਮਾਸਟਰ ਤਾਂ ਅਰਵਿੰਦ ਕੇਜਰੀਵਾਲ ਹੈ ਤੇ ਉਹਦੇ ਰਸਤੇ ਤੇ ਬਾਕੀ ਪਾਰਟੀਆਂ ਪੰਜਾਬ ਚੱਲਦੀਆਂ ਦਿਖਾਈ ਦੇ ਰਹੀਆਂ। ਜਿਹੜੀ ਮੁਫ਼ਤ ਦੀ ਰਾਜਨੀਤੀ ਆ ਜਾਂ ਬਾਕੀ ਚੀਜ਼ਾਂ ਆਪਾਂ ਡਿਸਕਸ ਕਰਦੇ ਰਹੇ ਹਾਂ, ਪਰ ਮੈਨੂੰ ਲੱਗਦਾ ਕਿ ਪੰਜਾਬ 'ਚ ਇੱਕ ਸੱਚੀ ਤਬਦੀਲੀ ਹੋਣ ਆਏਗੀ। ਪ੍ਰੈਕਟਿਸ ਦੇ ਵਿੱਚ ਚੀਜ਼ਾਂ ਕਰਨੀਆਂ ਪੈਣਗੀਆਂ ਕਿਉਂਕਿ ਲੋਕ ਸਵਾਲ ਕਰਨ ਲੱਗ ਪਏ ਨੇ ਪੰਜਾਬ ਦੇ ਦੇਖੋ ਜਦੋਂ ਅੰਦੋਲਨ ਦੀ ਗੱਲ ਹੁੰਦੀ ਹੈ, ਇਸ ਅੰਦੋਲਨ ਨੂੰ ਜਿਸ ਢੰਗ ਨਾਲ ਪੰਜਾਬ ਤੋਂ ਆਰਗੇਨਾਈਜ਼ ਕਰਕੇ ਸਾਰੇ ਦੇਸ਼ ਦੇ ਵਿੱਚ ਪਹੁੰਚਾਇਆ ਗਿਆ, ਮੈਨੂੰ ਲੱਗਦਾ ਇਹ ਸ਼ਾਇਦ ਸਾਡੇ ਇਤਿਹਾਸ ਦੀ ਸਭ ਤੋਂ ਵੱਡੀ ਪ੍ਰਾਪਤੀ ਹੈ। ਪੰਜਾਬੀਆਂ ਦੇ ਇਤਿਹਾਸ ਦੀ ਸਭ ਤੋਂ ਵੱਡੀ ਪ੍ਰਾਪਤੀ ਹੈ ਤੇ ਪੰਜਾਬ ਦੀਆਂ ਰਾਜਨੀਤਿਕ ਧਿਰਾਂ ਹੁਣ ਇਹਦੇ ਤੋਂ ਬਚ ਨਹੀਂ ਸਕਦੀਆਂ ਕਿਉਂਕਿ ਇਹ ਨਹੀਂ ਹੈ ਕਿਉਂਕਿ ਜਿਹੜੇ ਬਾਕੀ ਜਿਹੜੇ ਅੰਦੋਲਨ ਹੋ ਰਹੇ ਨੇ ਆਸਿਸਮਾ ਫਾਰਮ ਦੇ ਬਾਹਰ ਬੱਚੇ ਜਿਹੜੇ ਰੋਡਵੇਜ਼ ਤੇ ਕਾਮੇ ਆ ਉਹ ਧਰਨਾ ਲਾ ਕੇ ਬਹਿ ਗਏ ਆ ਜਾਂ ਅਧਿਆਪਕ ਲੜ ਰਹੇ ਨੇ ਜਾਂ ਵੱਖ-ਵੱਖ ਹੋਰ ਵਰਗਾਂ ਦੇ ਲੋਕ ਜਿਹੜੇ ਆ ਧਰਨੇ ਲਾ ਰਹੇ ਨੇ। ਕੋਈ ਪਟਿਆਲੇ ਧਰਨੇ ਲਾ ਕੇ ਬੈਠਾ, ਕੋਈ ਮੋਹਾਲੀ ਲਾ ਕੇ ਬੈਠਾ। ਇਹ ਹੈਗੇ ਆ ਆਖਰੀ ਚੋਣ ਵਰੇ ਦੇ ਅੰਦੋਲਨ। ਕਿਸਾਨ ਅੰਦੋਲਨ ਚੋਣ ਵਰੇ ਦਾ ਅੰਦੋਲਨ ਨਹੀਂ ਹੈ। ਇਹ ਅੰਦੋਲਨ ਜਿਹੜਾ ਜਿਵੇਂ ਸ਼ੁਰੂ ਹੋਇਆ ਤੇ ਜਿੱਥੇ ਤੱਕ ਪਹੁੰਚ ਗਿਆ ਤੇ ਉਸ ਤੋਂ ਬਾਅਦ ਵੀ ਅੰਦੋਲਨ ਜਿੱਤਿਆ ਵੀ ਜਾਏਗਾ ਤਾਂ ਉਸ ਤੋਂ ਬਾਅਦ ਵੀ ਇਸ ਅੰਦੋਲਨ ਦੇ ਪੁਲ ਦੇ ਉੱਤੋਂ ਕੁਝ ਨਵੇਂ ਅੰਦੋਲਨ ਸਿਰਜੇ ਜਾਣੇ ਆ ਤੇ ਉਹਦੇ ਤੇ ਇਲੈਕਸ਼ਨ ਈਅਰ ਜਿਹੜਾ ਕੋਈ ਮੈਟਰ ਨਹੀਂ ਕਰੇਗਾ ਇਹਨਾਂ ਅੰਦੋਲਨਾਂ ਦੀ। ਸੋ ਇਹ ਮੈਨੂੰ ਲੱਗਦਾ ਹੈ ਕਿ ਇੱਕ ਨਵਾਂ ਇੱਕ ਵਰਤਾਰਾ ਹੈ ਸਾਡੇ ਪੰਜਾਬ ਦੇ ਵਿੱਚ ਖਾਸ ਤੌਰ ਦੇ ਉੱਤੇ ਤੇ ਪੰਜਾਬ ਦੀਆਂ ਸਿਆਸੀ ਧਿਰਾਂ ਉਹਦੇ ਤੋਂ ਬਚ ਨਹੀਂ ਸਕਣਗੀਆਂ ਜੀ। ਦਸਾਂਝ ਸਾਹਿਬ ਚਲੋ ਗੱਲਾਂ ਚੋਂ ਗੱਲ ਨਿਕਲ ਆਉਂਦੀ ਹੈ, ਸਵਾਲ ਤੇ ਹੋਰ ਨੇ ਮੈਂ ਉਹ ਵੀ ਕਰਨੇ ਆ। ਜਿੱਦਾਂ ਤੁਸੀਂ ਕਹਿ ਰਹੇ ਹੋ ਕਿ ਕੁਝ ਇੱਕ ਅੰਦੋਲਨ ਹੁੰਦੇ ਆ ਜਿਹੜੇ ਇਲੈਕਸ਼ਨ ਵਰੇ ਦੇ ਆਖਰੀ ਸਾਲ ਦੇ ਅੰਦੋਲਨ ਹੁੰਦੇ ਆ, ਜਿੱਦਾਂ ਮੁਲਾਜ਼ਮਾਂ ਦੇ ਅੰਦੋਲਨ ਹੁੰਦੇ। ਮੈਂ ਸਹਿਮਤ ਹਾਂ ਤੁਹਾਡੇ ਸਾਰੀ ਗੱਲ ਨਾਲ, ਪਰ ਉਹਨਾਂ ਵਿੱਚ ਇੱਕ ਅੰਦੋਲਨ ਹੋਰ ਹੈ ਜਿਹੜਾ ਬੇਰੁਜ਼ਗਾਰੀ ਦਾ ਅੰਦੋਲਨ ਹੈ, ਜਿਹੜੇ ਨੌਜਵਾਨਾਂ ਦਾ ਅੰਦੋਲਨ ਹੈ। ਉਹ ਵੀ ਲਗਭਗ ਕਿਸਾਨੀ ਦੇ ਅੰਦੋਲਨ ਵਰਗਾ ਹੀ ਅੰਦੋਲਨ ਹੈ ਕਿ ਇੰਨੀਆਂ ਡਿਗਰੀਆਂ ਲੈ ਕੇ PhD ਕਰਕੇ ਤੇ 4-4 5-5 ਹਜ਼ਾਰ ਤੇ 10 ਹਜ਼ਾਰ ਦੇ ਉੱਤੇ ਉਹਨਾਂ ਨੂੰ ਕੰਟਰੈਕਟ ਤੇ ਰੱਖਿਆ ਜਾਂਦਾ ਤੇ ਕਈਆਂ ਨੂੰ ਉਹ ਮੌਕਾ ਵੀ ਨਹੀਂ ਮਿਲਦਾ। ਉਹਦੇ ਲਈ ਵੀ ਲਾਈਨਾਂ ਲੱਗੀਆਂ ਹੋਈਆਂ। ਮੈਨੂੰ ਯਾਦ ਹੈ, ਮੈਂ ਦੇਖ ਰਿਹਾ ਹਾਂ, ਤੁਸੀਂ ਪੰਜਾਬ ਦੇ ਕਾਲਜਾਂ ਦਾ ਪੂਰਾ ਚਿੱਠਾ ਕੱਢ ਕੇ ਵੇਖ ਲਓ ਕਿ PhD ਕਰਕੇ ਲੋਕ ਉੱਥੇ 12 ਤੋਂ 15 ਹਜ਼ਾਰ ਰੁਪਏ ਦੇ ਵਿੱਚ ਜੌਬ ਕਰ ਰਹੇ ਆ। ਤੁਸੀਂ ਦੱਸੋ ਕਿ 12 ਹਜ਼ਾਰ ਰੁਪਏ ਨਾਲ ਇੱਕ ਵਿਅਕਤੀ ਜਿਹੜੇ ਬੰਦੇ ਨੇ ਇੰਨਾ ਖਰਚ ਕਰਕੇ ਇੰਨੀ ਮਿਹਨਤ ਕਰਕੇ ਉਹ ਡਿਗਰੀਆਂ ਹਾਸਲ ਕੀਤੀਆਂ ਨੇ ਤੇ ਉਹਦੇ ਨਾਲ ਕਿੱਡਾ ਇਨਸਾਫ ਆ। ਮਤਲਬ ਉਹ ਵੀ ਇੱਕ ਜਿਹੜਾ ਉਹ ਵਕਤੀ ਤਰ੍ਹਾਂ ਦਾ ਅੰਦੋਲਨ ਨਹੀਂ ਆ, ਉਹ ਵੀ ਪੰਜਾਬ ਦੇ ਲੋਕਾਂ ਦੇ ਨਾਲ ਧਰਾਤਲ ਨਾਲ ਜੁੜਿਆ ਹੋਇਆ ਅੰਦੋਲਨ ਆ। ਮੈਨੂੰ ਕਿਤੇ ਲੱਗਦਾ ਹੈ ਕਿ ਲਿਆ ਤੇ ਕਿਸਾਨ ਅੰਦੋਲਨ ਨੇ ਸਾਰਾ ਕੁਝ ਹੀ ਆਪਣੇ ਨਾਲ ਆ, ਉਹਨਾਂ ਨੂੰ ਵੀ ਆਪਣੀ ਬੁੱਕਲ 'ਚ ਲੈਣਾ ਬਣਦਾ ਆ ਕਿ ਜਿਹੜੇ ਸਾਡੇ ਬੱਚੇ ਜਿਹੜੇ ਆ ਜਿਨ੍ਹਾਂ ਦਾ ਭਵਿੱਖ ਕੋਈ ਨਹੀਂ ਆ, ਉਹ ਵੀਰਾਂ ਕੱਤ ਕੇ ਬਾਹਰ ਨੂੰ ਭੱਜ ਰਹੇ ਆ। ਇਹ ਸਵਾਲ ਪਰਸੋਂ ਵੀ ਇੱਕ ਪ੍ਰੋਗਰਾਮ ਸੀਗੇ ਉੱਥੇ ਆਇਆ ਸੀਗਾ, ਮੈਨੂੰ ਵੀ ਪੁੱਛਿਆ ਗਿਆ ਸੀਗਾ ਕਿ ਜਿਹੜੇ ਬੱਚੇ ਆ ਰਹੇ ਆ ਉਹਨਾਂ ਬਾਰੇ ਤੁਸੀਂ ਕੀ ਕਮੈਂਟ ਦਿਓਗੇ। ਤੇ ਮੈਂ ਉਹਨਾਂ ਨੂੰ ਇਹ ਕਹਿ ਰਿਹਾ ਸੀ ਕਿ ਜਿਹੜੇ +2 ਕਰਕੇ ਬੱਚਿਆਂ ਨੂੰ ਆਪਾਂ ਧੱਕ ਰਹੇ ਆ ਨਾ, ਉਹ ਜਿਹੜਾ ਵਾ ਬਾਹਰ ਜਾਣਾ ਇੱਕ ਵਰਤਾਰਾ ਰੈਗੂਲਰ ਹੈਗਾ, ਉਹ ਕਰਨਾ ਚਾਹੀਦਾ ਆ। ਪਰ ਬੱਚੇ ਉਹ ਬਹੁਤ ਇਮੈਚੁਰ ਹੁੰਦੇ ਆ ਤੇ ਇੱਥੋਂ ਦੀਆਂ ਜਿਹੜੀਆਂ ਤਲਖ ਹਕੀਕਤਾਂ ਨੇ ਉਹਨਾਂ ਨਾਲ ਉਹਨਾਂ ਦਾ ਮੇਲ ਨਹੀਂ ਖਾਂਦਾ। ਬਹੁਤ ਬੱਚੇ ਡਿਪਰੈਸ਼ਨ 'ਚ, ਮਤਲਬ ਇੱਕ ਜੰਗ ਵਿੱਚ ਭੇਜ ਦਿੰਦੇ ਆਪਾਂ ਉਹਨਾਂ ਨੂੰ ਕਿ ਤੁਸੀਂ ਪੜ੍ਹਾਈ ਵੀ ਕਰਨੀ ਆ ਤੇ ਆਪਣੀ ਫੀਸ ਵੀ ਕੱਢਣੀ ਆ ਤੇ ਸਰਦਾ ਬਣਦਾ ਪਿੱਛੋਂ ਜਿਹੜਾ ਕਰਜ਼ਾ ਚੁੱਕ ਕੇ ਮਾਪਿਆਂ ਨੇ ਘੱਲਿਆ ਉਹ ਵੀ ਪੂਰਾ ਕਰਨਾ ਆ। ਉਹ ਜਿਹੜੇ ਬੱਚੇ ਹੁੰਦੇ ਆ ਨਾ ਜੀ, ਜਿਹੜੀ ਉਹਨਾਂ ਦੀ ਉਹ ਸਥਿਤੀ ਹੁੰਦੀ ਆ, ਉਹਨਾਂ ਦੀ ਜ਼ਿੰਦਗੀ ਦੇ ਉਹ 8-7 ਸਾਲ ਪਹਿਲੇ ਉਹ ਇੱਕ ਨਰਕ ਹੁੰਦਾ ਆ। ਤੇ ਕਿਤੇ ਨਾ ਕਿਤੇ ਸਾਨੂੰ ਮਾਪਿਆਂ ਨੂੰ ਵੀ ਤੇ ਉਹਨਾਂ ਨੂੰ ਵੀ ਸੋਚਣਾ ਚਾਹੀਦਾ ਆ ਕਿ ਬੱਚੇ ਘੱਟੋ ਘੱਟ ਗ੍ਰੈਜੂਏਸ਼ਨ ਕਰਨ ਤੋਂ ਬਾਅਦ ਹੀ ਇਸ ਫੀਲਡ ਵਿੱਚ ਇਧਰ ਨੂੰ ਧੱਕੇ ਜਾਣ, ਪਹਿਲਾਂ ਨਾ ਹੋਣ, ਤਾਂ ਕਿ ਉਹ ਇਹਨਾਂ ਜਿਹੜੇ ਅਣਸੁਖਾਵੇਂ ਹਾਲਾਤ ਆ ਉਹਨਾਂ ਦਾ ਮੁਕਾਬਲਾ ਕਰਨ ਦੇ ਸਮਰੱਥ ਹੋਣ, ਬੌਧਿਕ ਤੌਰ ਤੇ ਵੀ, ਫਿਜ਼ੀਕਲੀ ਵੀ ਤੇ ਮਾਨਸਿਕ ਤੌਰ ਤੇ ਉਹਨਾਂ ਨੂੰ ਪਤਾ ਹੋਵੇ ਵੀ ਅਸੀਂ ਕੀ ਕਰਨ ਜਾ ਰਹੇ ਹਾਂ। ਛੋਟੇ ਬੱਚਿਆਂ ਨੂੰ ਜਦੋਂ ਅਸੀਂ ਭੇਜਦੇ ਆ ਤਾਂ ਉਹਨਾਂ ਦਾ ਬਹੁਤ ਮਾੜੇ ਅਸਰ ਹੁੰਦੇ ਆ। ਚਲੋ ਇਹ ਵੱਖਰਾ ਵਿਸ਼ਾ ਹੈ, ਪਰ ਜਿਹੜੇ ਬੱਚਿਆਂ ਦੀ ਜੌਬ ਦਾ ਸੰਬੰਧ ਹੈ, ਬੇਰੁਜ਼ਗਾਰੀ ਵਾਲਾ ਇੱਕ ਲੜਾਈ ਆ,
ਉਹ ਕੋਈ ਛੋਟੀ ਲੜਾਈ ਨਹੀਂ ਆ, ਉਹ ਵੀ ਬਿਲਕੁਲ ਉਦਾਂ ਦੀ ਲੜਾਈ ਆ ਜਿੱਦਾਂ ਦਾ ਕਿਸਾਨ ਅੰਦੋਲਨ ਆ। ਇਹਨਾਂ ਦੋ ਚੀਜ਼ਾਂ ਨੂੰ ਆਪਾਂ ਵਕਤੀ ਅੰਦੋਲਨ ਨਹੀਂ ਕਹਿ ਸਕਦੇ, ਮੇਰੇ ਖਿਆਲ ਉਹਨੂੰ ਵੀ ਨਾਲ ਜੋੜਨ ਦੀ, ਆਪਣੇ ਬੱਚਿਆਂ ਦੇ ਭਵਿੱਖ ਲਈ ਸੰਘਰਸ਼ ਕਰਨ ਲਈ ਵੀ ਕਿਤੇ ਨਾ ਕਿਤੇ ਲੋੜ ਮੈਨੂੰ ਅਨੁਭਵ ਹੋ ਰਹੀ ਆ। ਬਾਕੀ ਇਹ ਠੀਕ ਆ ਕਿ ਕਿਸਾਨ ਜੇ ਬਹੁਤੇ ਖਿਲਾਰੇ ਪਾਉਣਗੇ ਤੇ ਜਿਹੜੇ ਬੇਸਿਕ ਚੀਜ਼ਾਂ ਨੇ ਉਹਨਾਂ ਤੋਂ ਉਹਨਾਂ ਦਾ ਧਿਆਨ ਭਟਕ ਨਾ ਜਾਵੇ, ਇਸ ਕਰਕੇ ਉਹ ਜੇ ਫਿਲਹਾਲ ਕੋਈ ਬਹੁਤੀ ਗੱਲ ਨਹੀਂ ਕਰਦੇ। ਇਸੇ ਕਰਕੇ ਲੋਕ ਮਹਿਸੂਸ ਕਰਦੇ ਆ ਕਿ ਇਹੋ ਜਿਹੇ ਸੁਹਿਰਦ ਲੋਕ ਜਿਹੜੇ ਆ, ਲੋਕਾਂ ਦੇ ਦਰਦ ਨੂੰ, ਪੀੜਾ ਨੂੰ ਸਮਝਦੇ ਆ, ਉਹ ਰਾਜਨੀਤਿਕ ਧਿਰ ਵਜੋਂ ਵੀ ਅੱਗੇ ਆਉਣ। ਦੇਖੋ ਜਿਹੜਾ ਇਹ ਤੁਸੀਂ ਗੱਲਾਂ ਕਰ ਰਹੇ ਹੋ, ਮੈਂ ਉਹ ਵਿਦਵਾਨਾਂ ਨਾਲ ਜਿਹੜੀ ਤੁਹਾਡੀ ਚਰਚਾ ਹੋਈ ਸੀ ਮੈਂ ਸਾਰੀ ਸੁਣੀ ਹੈ, ਤੇ ਉਹਦੇ 'ਚ ਵੀ ਤੁਸੀਂ ਇਹ ਗੱਲਾਂ ਕੀਤੀਆਂ ਸੀ। ਵੈਸੇ ਜਗੀਰ ਕਾਲੋ ਵੀ ਸੀਗੇ ਨਾਲ ਤੁਹਾਡੇ, ਤੇ ਲਾਲ ਸਾਹਿਬ ਵੀ ਸੀਗੇ, ਤੇ ਆਪਣੇ ਜੀ ਸਾਹਰੀ ਵੀ, ਤੇ ਮੈਂ ਸਾਰੀ ਚਰਚਾ ਸੁਣੀ ਹੈ। ਉਹਦੇ 'ਚ ਕਾਫੀ ਮਸਲੇ ਤੁਸੀਂ ਉਭਾਰੇ ਆ, ਤੇ ਬਹੁਤ ਵਧੀਆ ਗੱਲ ਕੀਤੀ ਤੁਸੀਂ। ਮੈਂ ਕਾਫੀ ਹੱਦ ਤੱਕ ਇਹਦਾ ਸਹਿਮਤ ਹੈ। ਵੱਖਰੇ ਵਿਸ਼ੇ ਵੀ ਹੈਗੇ ਤੇ ਵੱਖਰੀ ਚਰਚਾ ਵੀ ਆਪਾਂ ਕਰਾਂਗੇ, ਪਰ ਜੇ ਅੰਦੋਲਨ ਦੀ ਗੱਲ ਕਰੀਏ ਤਾਂ ਇਹਦੇ ਨਾਲ 100% ਮੇਰੀ ਸਹਿਮਤੀ ਹੈ ਕਿ ਇਹ ਵਕਤੀ ਅੰਦੋਲਨ ਨਹੀਂ ਹੈ। ਵਿਦਿਆਰਥੀ ਹੋਣ, ਨੌਜਵਾਨ ਹੋਣ, ਇਹਨਾਂ ਦੇ ਜਿਹੜੇ ਅੰਦੋਲਨ ਹੈ ਇਹ ਇੱਕ ਕਿਸਮ ਦੇ ਲਗਾਤਾਰ ਅੰਦੋਲਨ ਦੇ ਵਿੱਚ ਤਬਦੀਲ ਹੋਣ ਵਾਲੇ ਅੰਦੋਲਨ ਹੈ। ਵੀ ਇਹ ਨਹੀਂ ਹੈ ਕਿ ਇਲੈਕਸ਼ਨ ਨਾਲ ਇਹਨਾਂ ਦਾ ਕੋਈ ਰਿਸ਼ਤਾ ਨਹੀਂ ਹੈ। ਪਰ ਜਿਹੜੀ ਮੈਂ ਗੱਲ ਕਹਿਣੀ ਚਾਹੁੰਦਾ ਉਹ ਇਹ ਹੈ ਕਿ ਇਹਦੇ 'ਚ ਵੈਸੇ ਚਰਚਾ ਆਪਾਂ ਵੱਖਰੀ ਵੀ ਕਰਦਾਂਗੇ ਕਿ ਕਿਸਾਨ ਅੰਦੋਲਨ ਜਿਹੜਾ ਹੈ ਇਸ ਵੇਲੇ, ਜਿੱਦਾਂ ਤੁਸੀਂ ਵੀ ਕਿਹਾ ਕਿ ਹਰ ਵਰਗ ਨੂੰ ਇਹਨੇ ਆਪਣੇ ਕਲਾ ਵਿੱਚ ਲਿਆ, ਪਰ ਫੋਕਸ ਜਿਹੜਾ ਆ ਉਹ ਹਾਲ ਫਿਲਹਾਲ ਤੇ ਖੇਤੀ ਕਾਨੂੰਨ ਹੈ, ਐਮਐਸਪੀ ਦੇ ਗਰੰਟੀ ਕਾਨੂੰਨ ਹੈ, ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਹੋਣਾ ਹੈ। ਇਹ ਅੰਦੋਲਨ ਜਿੱਤਿਆ ਜਾਏਗਾ। ਮੈਨੂੰ 100% ਇਸ ਗੱਲ ਦੀ ਉਮੀਦ ਹੈ ਕਿ ਅੰਦੋਲਨ ਜਿੱਤਿਆ ਜਾਏਗਾ, ਤੇ ਅੰਦੋਲਨ ਆਉਂਦੇ 1.5 ਮਹੀਨੇ ਦੇ ਵਿੱਚ ਜਿੱਤਿਆ ਜਾਏਗਾ। ਮੈਨੂੰ ਇਹ ਵੀ ਉਮੀਦ ਹੈ। ਤੁਸੀਂ ਦੇਖੋਗੇ ਚੀਜ਼ਾਂ ਬਦਲਦੀਆਂ, ਸਾਰੇ ਯਤਨਾਂ ਦੇ ਬਾਵਜੂਦ, ਸਰਕਾਰ ਦੀਆਂ ਸਾਜ਼ਿਸ਼ਾਂ ਦੇ ਬਾਵਜੂਦ, ਏਜੰਸੀਆਂ ਲੱਗੀਆਂ ਹੋਈਆਂ, ਬੜੀ ਸਟੇਟ ਜਿਹੜੀ ਹੈ ਉਹਦੀ ਬੜੀ ਤਾਕਤ ਹੁੰਦੀ ਹੈ। ਸਾਡੇ ਇੱਕ ਵੱਡੇ ਕਹਾਣੀਕਾਰ ਮਨਿੰਦਰ ਕਾਂਗ ਜਿਸਮਾਨੀ ਤੌਰ ਤੇ ਨਹੀਂ ਹੈਗੇ ਸਾਡੇ ਵਿਚਕਾਰ, ਬੜੀ ਵੱਡੀਆਂ ਕਹਾਣੀਆਂ ਉਹਨਾਂ ਨੇ ਪੰਜਾਬੀ ਨੂੰ ਦਿੱਤੀਆਂ। ਕੁੱਤੀ ਵਿਹੜਾ ਵਰਗੀ ਕਹਾਣੀ, ਭਾਰ ਵਰਗੀ ਕਹਾਣੀ। ਉਹਨਾਂ ਨੇ ਇੱਕ ਵਾਰ ਬੋਲਦਿਆਂ ਇਹ ਗੱਲ ਕਹੀ ਸੀ ਸਾਡੇ ਫੰਕਸ਼ਨ ਦੇ ਵਿੱਚ ਵੀ ਜਿਹੜੀ ਸਟੇਟ ਹੈ ਨਾ ਜੀ, ਸਟੇਟ ਦੇ ਜਿਹੜੇ ਦੰਦ ਉਹ ਦਿਖਾਈ ਨਹੀਂ ਦਿੰਦੇ, ਪਰ ਉਹ ਦੰਦ ਤਿੱਖੇ ਬਣੇ ਹੁੰਦੇ ਆ। ਮੈਂ ਉਹਦੇ ਤੋਂ ਅਗਲੀ ਗੱਲ ਇਹ ਕਹਿਣੀ ਚਾਹੁੰਦਾ ਕਿ ਜਿਹੜੀ ਅੱਜ ਦੀ ਸਟੇਟ ਹੈ ਇਹਦੇ ਦੰਦ ਦਿਖਾਈ ਵੀ ਦੇ ਰਹੇ ਆ ਵੀ ਬੜੇ ਤਿੱਖੇ ਆ, ਤੇ ਲਹੂ ਲੁਹਾਨ ਵੀ ਬਹੁਤ ਹੈ। ਬਿਲਕੁਲ ਇਹ ਸਟੇਟ ਦਾ ਮੁਕਾਬਲਾ ਜਿਸ ਢੰਗ ਨਾਲ ਇਹ ਕਿਸਾਨ ਜਥੇਬੰਦੀਆਂ ਨੇ ਕੀਤਾ, ਮੈਨੂੰ ਲੱਗਦਾ ਹੈ ਕਿ ਇੱਕ ਦੌਰ ਇਹ ਸੀ ਸਾਡੇ ਇਹਨਾਂ ਸਮਿਆਂ ਦੇ ਦੌਰਾਨ ਹੀ, ਜਦੋਂ ਇਹ ਕਿਹਾ ਜਾਣ ਲੱਗ ਪਿਆ ਵੀ ਭਾਰਤ ਦੇ ਵਿੱਚ ਮੋਦੀ ਜਾਂ ਸਰਕਾਰ ਦੀ ਜਿਹੜੀ ਵਿਰੋਧ ਕਰਨ ਵਾਸਤੇ ਕੋਈ ਵਿਰੋਧੀ ਧਿਰ ਨਹੀਂ ਹੈ। ਜੇ ਕੋਈ ਵਿਰੋਧੀ ਧਿਰ ਹੈ ਤੇ ਉਹ ਭਾਰਤ ਦੇ ਵਿਦਿਆਰਥੀ ਹੈ। ਜਦੋਂ ਜੇਐਨਯੂ ਦਾ ਸੰਘਰਸ਼ ਚੱਲ ਰਿਹਾ ਵੀ ਵਿਰੋਧੀ ਧਿਰ ਦੀ ਭੂਮਿਕਾ 'ਚ ਵਿਦਿਆਰਥੀ ਨਜ਼ਰ ਆ ਰਹੇ ਸੀ। ਜੇਐਨਯੂ ਦੇ ਅੰਦੋਲਨ ਤੋਂ ਇਹ ਗੱਲ ਬਹੁਤ ਉੱਭਰ ਕੇ ਸਾਹਮਣੇ ਆਈ ਸੀ। ਜਦੋਂ ਜੇਐਨਯੂ ਦਾ ਅੰਦੋਲਨ ਚੱਲਿਆ ਉਦੋਂ ਵਿਦਿਆਰਥੀਆਂ ਨੇ ਜਿੱਦਾਂ ਸਪਸ਼ਟ ਤੌਰ ਤੇ ਸਟੈਂਡ ਲਿਆ ਸੀ। ਨਾਲ ਦੀ ਨਾਲ ਜਿਹੜਾ ਇਸਲਾਮਿਕ ਯੂਨੀਵਰਸਿਟੀ ਵਾਲਾ, ਮੈਨੂੰ ਇਸ ਵੇਲੇ ਯਾਦ ਨਹੀਂ ਆ ਰਿਹਾ, ਉਹਨਾਂ ਦੇ ਵਿਦਿਆਰਥੀਆਂ ਨੇ ਜਿਹੜਾ ਰੋਲ ਅਦਾ ਕੀਤਾ ਉਹ ਬੜਾ ਪੋਜ਼ਿਟਿਵ ਰੋਲ ਸੀਗਾ, ਔਰ ਲੋਕ ਇਹ ਦੇਖਣ ਲੱਗ ਗਏ ਸੀ, ਜਿਹਦੇ ਵਿੱਚੋਂ ਕਨ੍ਹਈਆ ਕੁਮਾਰ ਦੀ ਉਤਪਤੀ ਵੀ ਸਾਡੇ ਸਾਹਮਣੇ ਹੋਈ ਸੀ। ਹਾਂ, ਉਹ ਉਦੋਂ ਕਿਹਾ ਜਾਣ ਲੱਗ ਪਿਆ ਜੀ, ਮਤਲਬ ਕਾਂਗਰਸ ਇਰਰੈਲੇਵੈਂਟ ਹੋ ਗਈ, ਯਾਨੀ ਚਰਚਾ ਕਾਂਗਰਸ ਹੋਣੀ ਚਾਹੀਦੀ ਹੈ ਨਾ ਪੋਲੀਟੀਕਲੀ। ਪਰ ਉਦੋਂ ਕਿਹਾ ਜਾਣ ਲੱਗ ਪਿਆ ਕਿ ਜੇ ਕੋਈ ਵਿਰੋਧੀ ਧਿਰ ਦੀ ਭੂਮਿਕਾ 'ਚ ਤਾਂ ਹਿੰਦੁਸਤਾਨ ਦੇ ਵਿਦਿਆਰਥੀ ਹੈ। ਅੱਜ ਕਿਹਾ ਜਾ ਰਿਹਾ ਕਿ ਵਿਰੋਧੀ ਧਿਰ ਦੀ ਭੂਮਿਕਾ 'ਚ ਕਿਸਾਨ ਹੈ, ਕਿਸਾਨ ਅੰਦੋਲਨ। ਤੇ ਕਨ੍ਹਈਆ ਕੁਮਾਰ ਦੀ ਗੱਲ ਆਪਾਂ ਆਉਂਦੇ ਦਿਨਾਂ 'ਚ ਕਿਤੇ ਕਰਾਂਗੇ, ਕਿਉਂਕਿ ਖਬਰਾਂ ਇੱਦਾਂ ਦੀਆਂ ਆ ਰਹੀਆਂ ਕਿ ਕਨ੍ਹਈਆ ਕੁਮਾਰ ਵੀ ਸ਼ਾਇਦ ਕਾਂਗਰਸ ਪਾਰਟੀ ਜਾਣ ਵਾਲੇ ਆ, ਤੇ ਇਸ ਵੇਲੇ ਉਹ CPI ਦੇ ਨੈਸ਼ਨਲ ਕੌਂਸਲ ਦੇ ਮੈਂਬਰ ਹੈ, ਤੇ ਕਿਹਾ ਜਾ ਰਿਹਾ ਕਿ ਜਲਦੀ ਉਹ ਕਾਂਗਰਸ ਪਾਰਟੀ 'ਚ ਉਹਨਾਂ ਦੀ ਐਂਟਰੀ ਹੋਣ ਵਾਲੀ। ਸੋ ਇਹ ਵੱਖਰਾ ਮਾਮਲਾ। ਚਲੋ ਖੈਰ, ਮੈਂ ਇਹ ਕਹਿ ਰਿਹਾ ਕਿ ਜਿਹੜਾ ਕਿਸਾਨ ਅੰਦੋਲਨ ਹੈ ਇਹਨੇ ਇੱਦਾਂ ਦੀਆਂ ਚੀਜ਼ਾਂ ਜਿਹੜੀਆਂ ਕਰ ਦਿੱਤੀਆਂ, ਤੇ ਇਹ ਅੰਦੋਲਨ ਜਿੱਤਿਆ ਜਾਣਾ। ਅਗਲੇ 1.5 ਮਹੀਨੇ ਤੱਕ ਇਸ ਅੰਦੋਲਨ ਨੇ, ਮਤਲਬ ਜਿਹੜੀ ਸਟੇਟ ਦੇ ਜਿਹੜੇ ਲਹੂ ਲੁਹਾਨ ਦੰਦ ਹੈ ਜਾਂ ਸਾਜ਼ਿਸ਼ਾਂ ਆ, ਉਹ ਸਾਰੇ ਯਤਨਾਂ ਦੇ ਬਾਵਜੂਦ ਨਾਕਾਮ ਹੋਣਗੇ। ਮੇਰਾ ਮੰਨਣਾ ਇਹ ਹੈ ਕਿ 1.5 ਮਹੀਨੇ 'ਚ ਮਾਮਲਾ ਜਿਹੜਾ ਹੱਲ ਹੁੰਦੇ ਆਪਾਂ ਦੇਖਾਂਗੇ। ਉਸ ਤੋਂ ਬਾਅਦ ਇਹ ਲੜਾਈ ਮੁੱਕ ਨਹੀਂ ਜਾਣੀ। ਉਸ ਤੋਂ ਬਾਅਦ ਇਸ ਅੰਦੋਲਨ ਨੇ ਜਿਹੜੀ ਪਿੱਚ ਬਣਾਤੀ ਹੈ, ਜਿਹੜੀ ਜ਼ਮੀਨ ਤਿਆਰ ਕਰ ਦਿੱਤੀ ਹੈ,
ਉਸ ਤੋਂ ਬਾਅਦ ਉਸ ਅੰਦੋਲਨ ਨੇ ਨਵਾਂ ਰੂਪ ਅਖਤਿਆਰ ਕਰਨਾ, ਜਿਸ ਅੰਦੋਲਨ ਦੀ ਤਵੱਕੁ ਅਸੀਂ ਕਰਦੇ ਹਾਂ ਵੀ ਉਹ ਅੰਦੋਲਨ ਕਿਸੇ ਇੱਕ ਧਿਰ ਦਾ ਨਾ ਹੋਵੇ, ਉਹ ਕਿਸਾਨ ਦਾ ਨਾ ਹੋਵੇ, ਮਜ਼ਦੂਰ ਦਾ ਨਾ ਹੋਵੇ, ਨੌਜਵਾਨਾਂ ਜਾਂ ਵਿਦਿਆਰਥੀਆਂ ਜਾਂ ਮੁਲਾਜ਼ਮਾਂ ਦਾ ਨਾ ਹੋਵੇ, ਉਹ ਸਾਂਝਾ ਅੰਦੋਲਨ ਹੋਵੇ ਭਾਰਤੀ ਆਵਾਮ ਦਾ। ਤੇ ਉਹ ਭਾਰਤੀ ਆਵਾਮ ਦੇ ਅੰਦੋਲਨ ਨੇ ਸ਼ਕਲ ਲੈਣੀ ਹੈ। ਇਹ ਅੰਦੋਲਨ ਨੇ ਪੁਲ ਦੇ ਤੌਰ ਤੇ ਕੰਮ ਕੀਤਾ ਕਿਸਾਨ ਅੰਦੋਲਨ। ਕਿ ਮੈਂ ਇਹ ਸਮਝਦਾ ਕਿ ਆਉਣ ਵਾਲਾ ਸਮਾਂ ਭਾਰਤ ਦੇ ਵਿੱਚ ਜਿਹੜੇ ਜਨ ਅੰਦੋਲਨਾਂ ਦਾ ਸਮਾਂ ਹੈ, ਤੇ ਉਹ ਜਨ ਅੰਦੋਲਨ ਜਿਹੜੇ ਆ ਇੱਕ ਬਕਾਇਦਾ ਇੱਕ ਸਾਂਝੀ ਕੈਨਵਸ ਤੇ ਸਾਨੂੰ ਦਿਖਾਈ ਦੇਣ, ਇਸ ਪਾਸੇ ਵੱਲ ਨੂੰ ਗੱਲ ਵਧਾ ਦਿੱਤੀ ਹੈ ਕਿਸਾਨ ਅੰਦੋਲਨ ਤੇ। ਆਪਣੇ ਸਮਾਂ ਭਾਜੀ 3 ਮਿੰਟ ਹੋ ਗਿਆ ਤੇ ਫਿਰ ਆਪਾਂ ਲਾਸਟ ਬਿਲਕੁਲ ਸਮਾਂ ਆਪਣਾ ਸਮਾਪਤ ਹੈ। ਮੈਂ ਸਿਰਫ ਤੁਹਾਡੇ ਕੋਲ 2 ਚੀਜ਼ਾਂ ਰਹਿ ਗਈਆਂ ਸੀ, ਉਹ ਮੈਂ ਤੁਸੀਂ ਬਰੀਫ ਚ ਰੱਖਿਓ, ਥੋੜੇ ਜਿਹਾ ਦੱਸ ਦਿਓ। ਇੱਕ, ਕਿਸਾਨ ਜਥੇਬੰਦੀਆਂ ਨੇ ਮੋਗਾ ਘਟਨਾਕ੍ਰਮ ਜਿਹੜਾ ਹੈ ਉਹ ਕੇਸ ਵਾਪਸ ਲੈਣ ਦੀ ਮੰਗ ਰੱਖੀ। ਮੇਰੇ ਖਿਆਲ ਉਹ ਤੇ ਸਿੱਧੇ ਤੌਰ ਤੇ ਕਾਂਗਰਸ ਕੋਲੋਂ ਹੀ ਹੋਏਗੀ, ਕਿਉਂਕਿ ਉਹ ਇਸ ਵੇਲੇ ਰਾਜ ਭਾਗ ਤੇ ਜਿਹੜੇ ਆ ਮਾਲਕ ਉਹ ਨੇ, ਉਹਨਾਂ ਦੇ ਕੋਲ ਰੱਖੀ ਹੋਏਗੀ। ਔਰ ਦੂਜੀ ਜਿਹੜੀ ਫਰਦਾ ਮੰਗਣ ਵਾਲੀ ਗੱਲ ਕਹੀ ਆ, ਉਹ ਵੀ ਇੱਕ ਬੜਾ ਮੁੱਦਾ ਹੈ। ਵੈਸੇ ਕੁਝ ਲੋਕਾਂ ਨੂੰ ਲੱਗ ਸਕਦਾ ਹੈ ਕਿ ਮੁੱਦਾ ਕੋਈ ਬਹੁਤਾ ਵੱਡਾ ਨਹੀਂ, ਪਰ ਇਹ ਬਹੁਤ ਵੱਡਾ ਮੁੱਦਾ ਆ ਕਿ ਬਹੁਤ ਸਾਰੇ ਜਿੱਦਾਂ NRI ਨੇ ਜਾਂ ਚਸੀ ਲੋਕ ਵੀ ਇਨਵੋਲਵ ਆ, ਉਹਨਾਂ ਦੀਆਂ ਜ਼ਮੀਨਾਂ ਦੀਆਂ ਫਰਦਾਂ ਉੱਥੇ ਲੋਕ ਕਿੱਦਾਂ ਦਿਖਾਉਣਗੇ? ਤਕਸੀਮ ਨਹੀਂ ਹੋਈ ਲੰਮੇ ਸਮੇਂ ਤੋਂ। ਮੈਂ ਆਪਣੀ ਗੱਲ ਕਰਾਂ, ਸਾਡੇ ਪਰਿਵਾਰ ਦੀ ਜ਼ਮੀਨ ਦੀ ਕੋਈ ਤਕਸੀਮ ਨਹੀਂ ਹੋਈ ਤੇ ਤੀਜੀ ਪੀੜ੍ਹੀ ਸਾਡੀ ਜਿਹੜੀ ਉਹ ਆ ਗਈ ਆ, ਤੇ ਜਿਹੜੀ ਜ਼ਮੀਨ ਆ ਉਹ 1/20 1/15 ਲਿਖ ਕੇ ਏਦਾਂ ਪਟਵਾਰੀ ਲਿਖਦੇ, ਸਾਨੂੰ ਖੁਦ ਨਹੀਂ ਪਤਾ ਹੁੰਦਾ ਕੋਈ ਜ਼ਮੀਨ 'ਚ ਕੌਣ ਕਿੰਨਾ ਹਿੱਸੇਦਾਰ ਆ। ਸੋ ਉਹ ਚੀਜ਼ਾਂ ਜਿਹੜੀਆਂ ਨੇ, ਜਾਂ ਤੇ ਫਿਰ ਸਰਕਾਰ ਉਹ ਵੀ ਇੱਕ ਵਾਰੀ ਮੁੜ ਕੰਸੋਲੀਡੇਸ਼ਨ ਕਰ ਲਵੇ ਕਿ ਸਾਰੀਆਂ ਤਕਸੀਮਾਂ ਵਗੈਰਾ ਦੇ ਜਿਹੜੇ ਨਿਪਟਾਰੇ ਕਰ ਲਵੇ ਤੇ ਜ਼ਮੀਨਾਂ ਉਹਨਾਂ ਨਾ ਚੜ ਜਾਣ ਲੋਕਾਂ ਦੇ। ਔਰ ਦੂਸਰੀ ਗੱਲ, ਜਿਹੜੇ ਫਿਰ NRIਆਂ ਦਾ ਮੁੱਦਾ ਆ ਜਾਣਾ ਆ ਕਿ NRI ਕੀ ਕਰਨਗੇ ਇਸ ਵੇਲੇ? ਉਹ ਆਪਣੀਆਂ ਫਰਦਾਂ ਉੱਥੇ ਦਿਖਾਉਣ ਜਾਇਆ ਕਰਨਗੇ ਜਾਂ ਚੈੱਕ ਉਹਨਾਂ ਦੇ ਨਾਂ ਤੇ ਬਣਿਆ ਕਰਨਗੇ? ਜਿਹੜੇ ਰੈਂਟ ਤੇ ਲੋਕੀ ਖੇਤੀ, 40% ਤੋਂ ਜ਼ਿਆਦਾ ਲੋਕ ਰੈਂਟ ਤੇ ਖੇਤੀ ਕਰਦੇ ਆ, ਉਹਨਾਂ ਦਾ ਕੀ ਬਣੇਗਾ? ਇਹ ਬੜੇ ਭਖਦੇ ਮੁੱਦੇ ਸੀ 2। ਇਹਦੇ ਚ 2 ਹੀ ਗੱਲਾਂ ਜਿਹੜੀਆਂ ਸੁਣੀਆਂ ਨਾ। ਇੱਕ ਤਾਂ ਇਹ ਗੱਲ ਸਾਫ਼ ਕਰਤੀ ਕਿਸਾਨ ਜਥੇਬੰਦੀ ਦੇ ਆਗੂਆਂ ਨੇ ਵੀ ਫਰਦਾਂ ਬਿਲਕੁਲ ਨਹੀਂ ਦਿੱਤੀਆਂ ਜਾਣਗੀਆਂ, ਕਿਉਂਕਿ ਆ ਜਿਹੜੇ ਤੁਸੀਂ ਦੱਸੇ, ਮੈਂ ਗੱਲਾਂ ਦੁਹਰਾਉਂਦਾ ਨਹੀਂ, 40% ਤੋਂ ਜ਼ਿਆਦਾ ਕਿਸਾਨ ਤਾਂ ਠੇਕੇ ਤੇ ਖੇਤੀ ਕਰਦੇ ਆ, ਕਿੱਥੋਂ ਫਰਦਾਂ ਦਾ ਕੀ ਮਤਲਬ ਹੈ? ਇਹ ਕਹਿ ਦਿੱਤਾ ਉਹਨਾਂ ਨੇ, ਜੇ ਆਪਣੀ ਸਰਕਾਰ ਹੁਣ ਦੇਖੇਗੀ ਤੇ ਵੀ ਕਿਵੇਂ ਉਹ ਸਾਰਾ ਕੁਝ ਜਿਹੜਾ ਆ ਸਹੀ ਕਰਨਾ ਆ। ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਫਰਦਾਂ ਬਿਲਕੁਲ ਦਿੱਤੀਆਂ ਜਾਣਗੀਆਂ। ਕਹਿ ਤਾਂ ਥੱਲੇ ਤੱਕ ਅਪਰੂਵ ਚਲ ਗਈ ਆ ਜਾਂ ਇਹ ਗੱਲ ਚਲੀ ਗਈ ਹੈ। ਤੇ ਦੂਜੀ ਗੱਲ, NRIs ਦਾ ਜਿਹੜਾ ਮਾਮਲਾ ਹੈ ਉਹ ਤਾਂ ਹੈ ਹੀ ਆ, ਤੁਸੀਂ ਕਹਿ ਹੀ ਰਹੇ ਹੋ। ਇੱਕ ਗੱਲ ਤੁਸੀਂ ਸ਼ੁਰੂ ਤੋਂ ਗੱਲ ਕਹੀ ਸੀ, ਮੈਨੂੰ ਪੁਆਇੰਟ ਤੋਂ ਸ਼ੁਰੂ ਹੋ ਗਈ ਹੈ। ਤੇ ਓਵਰਆਲ ਇਸ ਅੰਦੋਲਨ ਨੇ ਜਿਹੜਾ ਜਿਸ ਤਰ੍ਹਾਂ ਦਾ ਮੈਂ ਸਮਝਦਾ ਇੱਕ ਕਲਚਰ ਪੈਦਾ ਕਰ ਦਿੱਤਾ ਹੈ, ਇਹਦੇ 'ਚ ਜਿਹੜੀਆਂ ਛੋਟੀਆਂ ਮੋਟੀਆਂ ਬਾਕੀ ਚੀਜ਼ਾਂ ਵੀ ਜਿਹੜੀਆਂ ਉਹ ਹੌਲੀ ਹੌਲੀ ਜਿਹੜੀਆਂ ਜਜ਼ਬ ਹੁੰਦੀਆਂ ਚੱਲੀਆਂ ਜਾਣੀਆਂ। ਤੇ ਸਾਨੂੰ ਇਹ ਉਮੀਦ ਕਰਨੀ ਚਾਹੀਦੀ ਹੈ ਵੀ ਅੰਦੋਲਨ ਜਿਸ ਦਿਸ਼ਾ ਚੱਲ ਰਿਹਾ ਤੇ ਜਿਸ ਸਿਆਣਪ ਦੇ ਨਾਲ ਸੰਯੁਕਤ ਕਿਸਾਨ ਮੋਰਚੇ ਦੀ ਲੀਡਰਸ਼ਿਪ ਇਸ ਅੰਦੋਲਨ ਨੂੰ ਅੱਗੇ ਲੈ ਕੇ ਜਾ ਰਹੀ ਹੈ, ਤੇ ਇਹ ਲਾਜ਼ਮੀ ਤੌਰ ਦੇ ਉੱਤੇ ਸਫਲਤਾ ਹਾਸਲ ਕਰੇਗਾ ਤੇ ਇੱਕ ਨਵਾਂ ਇਤਿਹਾਸ ਸਿਰਜੇਗਾ। ਪਲ ਪਲ ਇਤਿਹਾਸ ਸਿਰਜਿਆ ਜਾ ਰਿਹਾ ਹੈ, ਹਰ ਪਲ ਨਵਾਂ ਇਤਿਹਾਸ ਸਿਰਜਿਆ ਜਾ ਰਿਹਾ ਹੈ। ਤੇ ਮੈਂ ਜਿੱਦਾਂ ਸ਼ੁਰੂ 'ਚ ਆਪਾਂ ਗੱਲ ਕੀਤੀ ਹੈ ਕਿ ਪਹਿਲੀ ਵਾਰ ਹੋਇਆ ਵੀ ਐਂ ਲੱਗਾ ਕਿ ਕਿਸਾਨਾਂ ਦੀ ਕਚਹਿਰੀ ਲੱਗੀ ਹੋਈ ਹੈ ਤੇ ਸਿਆਸਤਦਾਨਾਂ ਦੀਆਂ ਪੇਸ਼ੀਆਂ ਪੈ ਰਹੀਆਂ, ਤਾਂ ਕਦੀ ਹੋਇਆ ਨਹੀਂ ਸੀ। ਇਹ ਅਸੀਂ ਉਹਨੂੰ ਵੀ ਦੇਖ ਲਿਆ ਜਦੋਂ ਪਬਲਿਕ ਵਿਪ ਜਾਰੀ ਕੀਤੀ ਕਿਸਾਨਾਂ ਨੇ ਕਿ ਪਾਰਲੀਮੈਂਟ ਜਾ ਕੇ ਉਹਦੇ ਮੁਤਾਬਕ ਹੀ ਵੱਖ-ਵੱਖ ਵਿਰੋਧੀ ਪਾਰਟੀਆਂ ਦੇ MPs ਨੇ ਜਿਹੜਾ ਆਪਣਾ ਜਿਹੜਾ ਉਸ ਢੰਗ ਦੇ ਨਾਲ ਆਪਣਾ ਭੂਮਿਕਾ ਜਿਹੜੀ ਨਿਭਾਈ ਹੈ। ਇਹ ਉਦੋਂ ਵੀ ਅਸੀਂ ਦੇਖ ਲਿਆ ਜਦੋਂ ਪੈਰਲਲ ਕਿਸਾਨ ਪਾਰਲੀਮੈਂਟ ਚੱਲੀ ਹੈ। ਸੋ ਹਰ ਪਲ ਇਹ ਅੰਦੋਲਨ ਨਵਾਂ ਇਤਿਹਾਸ ਸਿਰਜ ਰਿਹਾ। ਇਹ ਅੰਦੋਲਨ ਉੱਤੇ, ਇਸ ਅੰਦੋਲਨ ਦੀ ਜਿੱਤ ਦੇ ਵਿੱਚ ਸਾਡੀ ਜਿੱਤ ਹੈ, ਸਾਡੀ ਜਿੱਤ ਭਾਵ ਆਮ ਬੰਦੇ ਦੀ ਜਿੱਤ ਹੈ। ਇਸ ਅੰਦੋਲਨ ਨੇ ਦੁਨੀਆ ਨੂੰ ਵੀ ਰਸਤਾ ਦਿਖਾਇਆ ਵੀ ਲੜਿਆ ਕਿੱਦਾਂ ਜਾਂਦਾ ਹੈ, ਕਿਵੇਂ ਲੜਿਆ ਜਾਂਦਾ ਹੈ, ਲੰਮਾ ਸਮਾਂ ਲੜਾਈ ਕਿੱਦਾਂ ਦਿੱਤੀ ਜਾ ਸਕਦੀ। ਜੀ ਦਸਾਂਝ ਸਾਹਿਬ, ਬਹੁਤ ਬਹੁਤ ਤੁਹਾਡਾ ਧੰਨਵਾਦ, ਸ਼ੁਕਰੀਆ ਜੀ। ਮਿਲਦੇ ਹਾਂ ਅਗਲੇ ਪ੍ਰੋਗਰਾਮ ਦੇ ਵਿੱਚ। ਤੁਹਾਡਾ ਬਹੁਤ ਧੰਨਵਾਦ। ਮਿਹਰਬਾਨੀ ਜੀ, ਸ਼ੁਕਰੀਆ।